ਭਗਤ ਕਬੀਰ ਜੀ ਭਗਤੀ ਦੇ ਆਕਾਸ਼ ਦੇ ਧਰੂ ਤਾਰੇ ਨੇ, ਜਿਨ੍ਹਾਂ ਦੀ ਚਮਕ ਹਮੇਸ਼ਾ ਹਮੇਸ਼ਾ ਲਈ ਸੰਸਾਰ ਨੂੰ ਰੌਸ਼ਨੀ ਦਿੰਦੀ ਰਹੇਗੀ। ਜਿਹੜੀ ਸਮਝ ਦੌਲਤ ਵਿੱਚ ਵਿਚਰਨ ਵਾਲਾ, ਪਦਾਰਥਾਂ ਦੇ ਅੰਬਾਰ ਲਗਾ ਲੈਣ ਵਾਲਾ ਮਨੁੱਖ ਸਾਰੀ ਜ਼ਿੰਦਗੀ ਪਦਾਰਥਾਂ ਵਿੱਚ ਖਚਿਤ ਰਹਿ ਕੇ ਵੀ ਨਹੀਂ ਜਾਣ ਸਕਿਆ, ਭਗਤ ਕਬੀਰ ਜੀ ਨੇ ਬਿਨਾਂ ਅੰਬਾਰ ਲਗਾਉਣ ਤੋਂ ਉਹ ਗੱਲ ਜਾਣ ਲਈ। ਬੜੇ ਪ੍ਰਤਿਭਾਸ਼ਾਲੀ ਸਨ, ਬੇਜੋੜ ਨੇ ਭਗਤ ਕਬੀਰ ਜੀ, ਕੋਈ ਮੁਕਾਬਲਾ ਨਹੀਂ। ਵੱਡੀਆਂ ਵੱਡੀਆਂ ਮਹਿਲ ਮਾੜੀਆਂ ਉਸਾਰ ਕੇ ਤਿਨਾਂ ਵਿੱਚ ਰਹਿਣ ਵਾਲੇ ਇਨਸਾਨ ਜਿਹੜੀ ਸੱਚਾਈ ਨਾ ਸਮਝ ਸਕੇ, ਭਗਤ ਕਬੀਰ ਜੀ ਨੇ ਸਾਧਾਰਨ ਇੱਕ ਘਰ ਮਕਾਨ ਵਿੱਚ ਰਹਿੰਦਿਆਂ ਹੋਇਆਂ ਉਸ ਸੱਚਾਈ ਨੂੰ ਨਾ ਕੇਵਲ ਜਾਣਿਆ ਬਲਕਿ ਸੰਸਾਰ ਨੂੰ ਸਮਝਾਇਆ ਵੀ। ਉੱਚੀਆਂ ਉੱਚੀਆਂ ਜ਼ਾਤੀਆਂ ਦੇ ਅਭਿਮਾਨ ਕਰਨ ਵਾਲੇ ਲੋਕ, ਦੂਜਿਆਂ ਨੂੰ ਨੀਵੇਂ ਸ਼ੂਦਰ ਆਖ ਕੇ ਤਿਰਸਕਾਰਨ ਵਾਲੇ ਲੋਕ, ਜਿਸ ਦਲਦਲ ਵਿੱਚ ਸਾਰੀ ਉਮਰ ਫਸੇ ਰਹੇ, ਭਗਤ ਕਬੀਰ ਜੀ ਉਸ ਤੋਂ ਜਿੱਥੇ ਆਪ ਮੁਕਤ ਹੋਏ, ਉੱਥੇ ਉਹਨਾਂ ਨੇ ਸੰਸਾਰ ਨੂੰ ਵੀ ਮੁਕਤ ਹੋਣ ਲਈ ਉਪਦੇਸ਼ ਬਖਸ਼ਿਸ਼ ਕੀਤਾ। ਬਹੁਤ ਗ੍ਰੰਥ ਪੜ੍ਹ ਕੇ, ਬਹੁਤ ਪੁਸਤਕਾਂ ਦਾ ਅਧਿਐਨ ਕਰਕੇ, ਕਈ ਪ੍ਰਕਾਰ ਦੀ ਵਿਦਿਆ ਵਿੱਚ ਨਿਪੁੰਨ ਹੋ ਕੇ, ਚਤੁਰ ਤੋਂ ਚਤੁਰ ਵਿਦਵਾਨ ਪੁਰਸ਼ ਵੀ ਜੋ ਸੱਚਾਈ ਨਾ ਜਾਣ ਸਕਿਆ, ਭਗਤ ਕਬੀਰ ਜੀ ਨੇ ਬਗੈਰ ਉਹਨਾਂ ਪੁਸਤਕਾਂ ਦਾ ਅਧਿਐਨ ਕਰਨ ਤੋਂ ਉਸ ਸੱਚਾਈ ਨੂੰ ਜਾਣ ਲਿਆ। ਨਾ ਕੋਈ ਬਲਵਾਨ ਭਗਤ ਕਬੀਰ ਜੀ ਦੇ ਮੁਕਾਬਲੇ 'ਤੇ ਰੱਖਿਆ ਜਾ ਸਕਦਾ ਹੈ। ਮੇਰਾ ਭਾਵ ਕੋਈ ਕੁਸ਼ਤੀ ਲੜਨ ਤੋਂ ਨਹੀਂ। ਇਹ ਅੰਦਰੂਨੀ ਬਲ ਹੈ, ਇੱਕ ਸ਼ਕਤੀ ਹੈ, ਇੱਕ ਤਾਕਤ ਹੈ ਕਿ ਸਮੇਂ ਦਾ ਸੁਲਤਾਨ ਸਿਕੰਦਰ ਲੋਧੀ ਵਰਗਾ ਜ਼ਾਲਮ, ਜਿਸ ਪਾਸ ਅਨੇਕਾਂ ਫੌਜਾਂ ਹੋਵਣ, ਅਨੇਕ ਪ੍ਰਕਾਰ ਦੇ ਹਥਿਆਰ ਹੋਣ, ਜਿਸ ਦਾ ਨਾਮ ਸੁਣ ਕੇ ਦੁਨੀਆ ਕੰਬਦੀ ਹੋਵੇ, ਜੇ ਉਸ ਦਾ ਵਾਸਤਾ ਭਗਤ ਕਬੀਰ ਜੀ ਨਾਲ ਪੈ ਜਾਂਦਾ ਹੈ ਤਾਂ ਕਬੀਰ ਸਾਹਿਬ ਪੂਰੀ ਤਰ੍ਹਾਂ ਅਡੋਲ ਰਹਿੰਦੇ ਨੇ। ਸਮੇਂ ਦਾ ਸੁਲਤਾਨ ਵੀ ਕਬੀਰ ਜੀ ਨੂੰ ਡੁਲਾ ਨਹੀਂ ਸਕਿਆ। ਉਹਨਾਂ ਦਾ ਬਲ ਉਸੇ ਤਰ੍ਹਾਂ ਕਾਇਮ ਰਿਹਾ। ਧਨਵਾਨ ਤੋਂ ਧਨਵਾਨ ਵਿਅਕਤੀ ਦੇ ਸਾਹਮਣੇ ਵੀ ਕਬੀਰ ਸਾਹਿਬ ਅਮੀਰ ਨੇ। ਧਨੀ ਧਰਮਦਾਸ ਉਹਨਾਂ ਦਿਨਾਂ ਵਿੱਚ ਕੋਈ ਮਾਮੂਲੀ ਵਿਅਕਤੀ ਨਹੀਂ ਸੀ। ਨਾਮ ਹੀ ਧਨੀ, ਬੜਾ ਵੱਡਾ ਕਾਰੋਬਾਰ, ਬਿਜ਼ਨਸ, ਵਿਓਪਾਰ, ਕਈ ਕਾਰਿੰਦੇ ਕੰਮ ਕਰਨ ਵਾਲੇ, ਭੰਡਾਰ ਭਰੇ ਪਏ ਸਨ। ਪਰ ਜਿਵੇਂ ਨਾਮ ਪਿਆਰਾ ਹੈ ਧਨੀ ਧਰਮਦਾਸ ਦਾ, ਕਿ
ਧਨੀ ਸੰਸਾਰਕ ਤੌਰ ਤੇ ਵੀ ਹੈ, ਪਰ ਧਰਮ ਦੀ ਦੁਨੀਆ ਵਿੱਚ ਦਾਸ ਬਣਨ ਦੀ ਜਾਚ ਵੀ ਉਸ ਨੂੰ ਸੀ। ਜਿੱਥੇ ਧਰਮ ਡਿੱਠਾ, ਭਗਤ ਕਬੀਰ ਜੀ ਦੇ ਦਰਸ਼ਨ ਕੀਤੇ, ਦਾਸ ਹੀ ਹੋ ਗਿਆ। ਧਰਮਦਾਸ ਵਰਗਾ ਧਨੀ ਭਗਤ ਕਬੀਰ ਜੀ ਦੇ ਕਦਮਾਂ ਤੇ ਡਿੱਗ ਪੈਂਦਾ ਹੈ ਕਿ ਜੋ ਖਜ਼ਾਨਾ ਤੁਹਾਡੇ ਪਾਸ ਹੈ, ਮੇਰੇ ਉੱਪਰ ਵੀ ਕਿਰਪਾ ਕਰੋ, ਇਹ ਦੌਲਤ ਮੈਨੂੰ ਵੀ ਨਸੀਬ ਹੋ ਜਾਏ। ਸਪਸ਼ਟ ਹੈ ਕਿ ਕਬੀਰ ਸਾਹਿਬ ਦੇ ਸਰਮਾਏ ਦੇ ਸਾਹਮਣੇ ਧਰਮਦਾਸ ਜੀ ਦਾ ਸਰਮਾਇਆ ਕੋਈ ਖਾਸ ਅਹਿਮੀਅਤ ਨਹੀਂ ਰੱਖਦਾ। ਉਹ ਕਬੀਰ ਜੀ ਦੇ ਕਦਮਾਂ ਤੇ ਝੁਕ ਕੇ ਨਾਮਦਾਨ ਮੰਗਦਾ ਹੈ ਔਰ ਬਖਸ਼ਿਸ਼ ਹੁੰਦੀ ਏ ਤੇ ਉਹ ਦੂਸਰਾ ਗੱਦੀਦਾਰ ਵੀ ਬਣਦਾ ਹੈ ਭਗਤ ਕਬੀਰ ਜੀ ਦਾ। ਨਾ ਕੋਈ ਬਲਵਾਨ ਟਿਕ ਸਕਦਾ ਹੈ ਕਬੀਰ ਜੀ ਦੇ ਮੁਕਾਬਲੇ ਤੇ, ਨਾ ਕੋਈ ਧਨਵਾਨ। ਹੰਕਾਰ ਤਾਂ ਵਿਦਵਾਨਾਂ ਵਿੱਚ ਵੀ ਬੜਾ ਹੁੰਦਾ ਹੈ ਕਿ ਮੈਂ ਇੰਨੇ ਗ੍ਰੰਥਾਂ ਦੀ ਖੋਜ ਕੀਤੀ ਹੈ, ਤਰਕ ਵਿਤਰਕ ਦਲੀਲਾਂ ਅਪੀਲਾਂ ਜਾਣਦਾ ਹਾਂ, ਖੰਡਨ ਮੰਡਨ ਕਰ ਸਕਦਾ। ਲੇਕਿਨ ਹਿੰਦੁਸਤਾਨ ਦੀ ਕਰੀਮ ਵਿਦਿਆ ਦੇ ਪੱਖ ਤੋਂ ਕਾਸ਼ੀ ਵਿੱਚ ਸੀ। ਵਿਦਵਾਨ ਤੋਂ ਵਿਦਵਾਨ ਪੰਡਿਤ ਕਾਸ਼ੀ ਵਿੱਚ ਬੈਠਾ ਹੋਇਆ, ਲੇਕਿਨ ਇੱਕ ਵੀ ਪੰਡਿਤ ਕਬੀਰ ਸਾਹਿਬ ਦੇ ਇੱਕ ਵੀ ਸਵਾਲ ਦਾ ਜਵਾਬ ਦੇਣ ਦੇ ਸਮਰੱਥ ਨਹੀਂ ਪਾਇਆ ਗਿਆ। ਹਰ ਵਿਦਵਾਨ ਬੌਣਾ ਜਾਪਦਾ ਹੈ ਭਗਤ ਕਬੀਰ ਜੀ ਦੇ ਮੁਕਾਬਲੇ ਤੇ। ਫਿਰ ਪੁਜਾਰੀ ਸ਼੍ਰੇਣੀ ਜੋ ਜਪ ਤਪ ਕਰਮਕਾਂਡ ਵਿੱਚ ਆਪ ਵੀ ਖਚਿਤ ਹੈ, ਦੁਨੀਆ ਨੂੰ ਵੀ ਪ੍ਰੇਰਨਾ ਕਰ ਰਹੀ ਹੈ ਕਿ ਇਹੀ ਪਰਮਾਤਮਾ ਦਾ ਮਾਰਗ ਹੈ, ਇਹੀ ਧਰਮ ਦਾ ਰਸਤਾ ਹੈ, ਇਹੀ ਕਰਮ ਧਰਮ ਦੇ ਕਰਮ ਹਨ। ਉਹਨਾਂ ਦੀ ਪੂਜਾ, ਉਪਾਸ਼ਨਾ, ਕਰਮਕਾਂਡ ਭਗਤ ਕਬੀਰ ਜੀ ਦੀ ਭਗਤੀ ਦੇ ਸਾਹਮਣੇ ਬਿਲਕੁਲ ਥੋਥੇ ਔਰ ਫਿੱਕੇ ਜਾਪਦੇ ਹਨ। ਹਰ ਪੱਖ ਤੋਂ ਭਗਤ ਕਬੀਰ ਜੀ ਬੇਜੋੜ ਹਨ, ਕੋਈ ਮੁਕਾਬਲਾ ਨਹੀਂ। ਧਨਵਾਨ ਧਨ ਵਿੱਚ ਰਹਿ ਕੇ ਵੀ ਅਸਲੀਅਤ ਨਾ ਜਾਣ ਸਕਿਆ ਕਿ ਇਸ ਧਨ ਵਿੱਚੋਂ ਮੈਨੂੰ ਸੁੱਖ ਮਿਲਿਆ ਨਹੀਂ। ਕਿਸ ਨੂੰ ਮਿਲਿਆ ਹੈ? ਮਹਿਲ ਮਾੜੀਆਂ ਵਿੱਚ ਰਹਿਣ ਵਾਲੇ ਵੀ ਦਿਲ ਦਾ ਉਹ ਤਖਤ ਪੈਦਾ ਨਾ ਕਰ ਸਕੇ ਜਿਸ ਤੇ ਪ੍ਰਮਾਤਮਾ ਬਿਰਾਜਮਾਨ ਹੈ, ਔਰ ਪ੍ਰਮਾਤਮਾ ਨਾਲ ਅਭੇਦਤਾ ਪਾਉਣੀ ਜ਼ਿੰਦਗੀ ਦਾ ਮਕਸਦ ਹੈ ਔਰ ਉਸ ਤਖਤ ਤੇ ਬੈਠਣਾ ਹੈ। ਉੱਚੀਆਂ ਅਟਾਰੀਆਂ ਵਿੱਚ ਵੀ ਨੀਵੀਂ ਸੁਰਤ ਰਹੀ, ਉੱਚੇ ਸਿੰਘਾਸਣ ਦਾ ਖਿਆਲ ਨਾ ਆ ਸਕਿਆ। ਭਗਤ ਕਬੀਰ ਜੀ ਬਿਨਾਂ ਮਹਿਲ ਮਾੜੀਆਂ ਤੋਂ ਉਸ ਸਿੰਘਾਸਣ ਤੱਕ ਪੁੱਜ ਗਏ ਤੇ ਇਹ ਵੀ ਜਾਣ ਗਏ ਕਿ ਇਹਨਾਂ ਮਹਿਲ ਮਾੜੀਆਂ ਨੇ ਕਦੀ ਕਿਸੇ ਦਾ ਸਾਥ ਦਿੱਤਾ ਨਹੀਂ। ਉਹਨਾਂ ਇਹ ਸੱਚਾਈ ਸਾਡੇ ਸਾਹਮਣੇ ਰੱਖੀ, ਅਬ ਤੋ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਨੀ। ਵਿਦਵਾਨ ਅਖਵਾਉਣ ਵਾਲੇ ਲੋਕਾਂ ਦੇ ਸਾਹਮਣੇ ਐਸੇ ਐਸੇ ਪ੍ਰਸ਼ਨ ਕਬੀਰ ਜੀ ਨੇ ਖੜੇ ਕੀਤੇ, ਇੱਕ ਦਾ ਵੀ ਕੋਈ ਜਵਾਬ ਨਾ ਦੇ ਸਕਿਆ।
ਪੁਜਾਰੀ ਕਰਮਕਾਂਡ ਕਮਾਉਣ ਵਾਲਿਆਂ ਨੂੰ ਵੀ ਸਾਫ਼ ਦਿਖਾਈ ਦੇਣਾ ਚਾਹੀਦਾ ਸੀ ਕਿ ਇਹਨਾਂ ਕਰਮਕਾਂਡਾਂ ਵਿੱਚੋਂ ਸਾਨੂੰ ਕੋਈ ਸ਼ਾਂਤੀ ਜਾਂ ਆਨੰਦ ਦਾ ਸੋਮਾ ਤਾਂ ਮਿਲਿਆ ਨਹੀਂ। ਕਬੀਰ ਜੀ ਕਰਮਕਾਂਡ ਵਿੱਚ ਪ੍ਰਵੇਸ਼ ਹੀ ਨਹੀਂ ਕਰਦੇ ਔਰ ਜਾਣ ਜਾਂਦੇ ਨੇ ਇਹ ਕਰਮ ਫੋਕਟ ਨੇ। ਜੋ ਉਹਨਾਂ ਜਾਣਿਆ ਉਹ ਛੁਪਾਇਆ ਨਹੀਂ। ਭਗਤ ਦਾ ਔਰ ਚਤੁਰ ਝੂਠੇ ਵਿਦਵਾਨ ਕਰਮਕਾਂਡੀ ਦਾ ਇਹ ਫਰਕ ਹੋਇਆ ਕਰਦਾ ਹੈ। ਕਰਮਕਾਂਡੀਆਂ ਨੇ ਇਹ ਪ੍ਰਚਲਿਤ ਕਰ ਰੱਖਿਆ ਸੀ ਕਿ ਧਰਮ ਗ੍ਰੰਥ ਸੰਸਕ੍ਰਿਤ ਵਿੱਚ, ਸੰਸਕ੍ਰਿਤ ਪੜ੍ਹਨ ਦਾ ਅਧਿਕਾਰ ਸ਼ੂਦਰ ਨੂੰ ਬਿਲਕੁਲ ਨਹੀਂ, ਬਲਕਿ ਵਿਦਿਆ ਪੜ੍ਹਨ ਦਾ ਹੀ ਅਧਿਕਾਰ ਨਾ ਦਿੱਤਾ ਗਿਆ। ਵੇਦਾਂ ਦੀਆਂ ਰਿਚਾਂ ਤਾਂ ਕਿਸੇ ਗਰੀਬ ਨੇ ਕੀ ਸਿੱਖਣੀਆਂ ਸਨ। ਸੁਣਨ ਦਾ ਵੀ ਹੱਕ ਨਹੀਂ। ਜੇ ਸੁਣ ਲਵੇ ਕੋਈ ਤੇ ਉਸ ਨੂੰ ਵੀ ਸਜ਼ਾ ਦਿੱਤੀ ਜਾਂਦੀ ਹੈ। ਕਮਾਲ ਨਹੀਂ ਕਿ ਕੋਈ ਭਗਵਾਨ ਦਾ ਨਾਮ, ਉਸ ਦੀ ਸਿਫਤ ਦੇ ਮੰਤਰ ਸੁਣ ਲਵੇ ਤਾਂ ਉਸ ਦੇ ਕੰਨਾਂ ਵਿੱਚ ਸ਼ੀਸ਼ਾ ਜਾਂ ਸਿੱਕਾ ਪਿਘਲਵਾ ਕੇ ਪਵਾ ਦਿਓ ਕਿ ਸਾਰੀ ਉਮਰ ਸੁਣ ਨਾ ਸਕੇ, ਬਲਕਿ ਤੜਪ ਤੜਪ ਕੇ ਮਰ ਜਾਏ। ਔਰ ਰਾਮ ਰਾਜ ਵਿੱਚ ਵੀ ਐਸਾ ਹੋਇਆ। ਇਸ ਦਾ ਵੀ ਜ਼ਿਕਰ ਮਿਲਦਾ ਹੈ, ਸ਼ੰਬੂਕ ਨਾਲ ਜੋ ਕੁਝ ਬੀਤਿਆ। ਭਗਤ ਕਬੀਰ ਜੀ ਬਿਨਾਂ ਇਹਨਾਂ ਪੁਸਤਕਾਂ ਦਾ ਅਧਿਐਨ ਕਰਨ ਤੋਂ ਵੀ ਉਹ ਵਿਦਵਾਨ ਨੇ ਜਿਨ੍ਹਾਂ ਦੀ ਇੱਕ ਇੱਕ ਵਿਚਾਰ ਨਿਰੰਕਾਰ ਨਾਲ ਅਭੇਦ ਕਰ ਦਿੰਦੀ ਹੈ। ਕੁਝ ਐਸੀ ਹੀ ਸਟੇਜ ਤੋਂ ਉਚਾਰਨ ਕੀਤੇ ਹੋਏ ਇਹ ਪਵਿੱਤਰ ਬਚਨ ਹਨ ਜਿਨ੍ਹਾਂ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ। ਮਨੁੱਖ ਪਾਸ ਮਕਾਨ ਹੈ, ਦੂਜੇ ਦਾ ਵੱਡਾ ਮਕਾਨ ਦੇਖ ਕੇ ਚਾਹੁੰਦਾ ਹੈ ਮੇਰਾ ਉਸ ਤੋਂ ਵੀ ਵੱਡਾ ਹੋਵੇ, ਮੇਰੀਆਂ ਅਟਾਰੀਆਂ ਹੋਰ ਉੱਚੀਆਂ ਹੋਣ, ਤੇ ਤਿੰਨਾਂ ਨੂੰ ਆਪਣੇ ਸਮਝਦਾ ਹੈ। ਪਤਾ ਸਪਸ਼ਟ ਹੈ ਕਿ ਬਾਪ ਦਾਦੇ ਵੀ ਇਹਨਾਂ ਵਿੱਚ ਬੈਠੇ ਹੋਏ ਤੁਰ ਗਏ, ਮਾਲਕ ਨਾ ਬਣ ਸਕੇ। ਮੈਂ ਕਿਵੇਂ ਬਣ ਸਕਦਾ? ਸਾਫ਼ ਹੈ ਸਾਹਮਣੇ, ਫਿਰ ਵੀ ਸਮਝਦਾ ਨਹੀਂ। ਦੌੜ ਉਹੀ ਹੈ। ਪਰ ਭਗਤ ਕਬੀਰ ਜੀ ਕਹਿੰਦੇ ਨੇ ਪਰਮਾਰਥ ਦਾ ਰਸਤਾ, ਰੱਬੀ ਰਾਹ ਇਹ ਨਹੀਂ। ਰੱਬੀ ਰਸਤੇ ਵਿੱਚ, ਭਗਵਾਨ ਨੂੰ ਮਿਲਣ ਦੇ ਰਾਹ ਵਿੱਚ ਹਰ ਅਭਿਮਾਨ ਨੂੰ ਛੱਡਣਾ ਪੈਂਦਾ ਹੈ। ਚਾਹੇ ਉਹ ਕਰਮਕਾਂਡਾਂ ਦਾ ਹੋਵੇ, ਚਾਹੇ ਵਿਦਿਆ ਦਾ ਹੋਵੇ, ਚਤੁਰਾਈਆਂ ਦਾ ਹੋਵੇ, ਧਨਵਾਨ ਹੋਣ ਦਾ ਅਭਿਮਾਨ ਹੋਵੇ ਕਿ ਬਲਵਾਨ ਹੋਣ ਦਾ ਅਹੰਕਾਰ ਹੋਵੇ, ਸਭ ਤਿਆਗਣਾ ਪੈਂਦਾ ਹੈ ਜੇ ਨਿਰੰਕਾਰ ਨੂੰ ਮਿਲਣਾ ਹੈ। ਕਬੀਰ ਜੀ 60ਵੇਂ ਸ਼ਲੋਕ ਵਿੱਚ ਵਚਨ ਕਰਦੇ ਨੇ, ਕਬੀਰ ਨਾ ਮੋਹਿ ਛਾਨ ਨਾ ਛਾਪਰੀ, ਨਾ ਮੋਹਿ ਘਰ ਨਹੀਂ ਗਾਉ, ਮਤ ਹਰਿ ਪੁੱਛੈ ਕੌਣ ਹੈ, ਮੇਰੇ ਜ਼ਾਤ ਨਾ ਨਾਉ। ਮਹਿਲ ਮਾੜੀਆਂ ਤਾਂ ਦੂਰ ਰਹਿ ਗਈਆਂ, ਅਟਾਰੀਆਂ ਵਿੱਚ ਬੈਠੇ ਹੋਏ ਵੀ ਇਸ ਨਿਰਾਰਥਕਤਾ ਨੂੰ ਸਮਝ ਨਾ ਸਕੇ ਕਿ ਇਹ ਮਿੱਟੀ ਦੇ ਮਹੱਲ ਆਖਰ ਕੰਮ ਨਹੀਂ ਆਉਂਦੇ। ਇਹਨਾਂ ਖੁਦ ਖਾਕ ਵਿੱਚ ਮਿਲਣਾ ਹੈ ਇੱਕ ਦਿਨ। ਇਸ ਲਈ ਇਹਨਾਂ ਤੇ ਅਭਿਮਾਨ ਕਰਨਾ ਕੂੜੀ ਬਾਤ ਹੈ। ਸਧਾਰਨ ਘਰ ਵਿੱਚ ਰਹਿੰਦੇ ਹੋਏ ਭਗਤ ਕਬੀਰ ਜੀ ਇਸ ਗੱਲ ਨੂੰ ਜਾਣ ਗਏ ਔਰ ਇੰਨੀ ਗਹਿਰਾਈ ਤੱਕ ਜਾਣ ਗਏ, ਮਹੱਲ ਤਾਂ ਦੂਰ, ਇਸ ਛੰਨ ਛਪਰੀ ਨੂੰ ਵੀ ਆਪਣੀ ਕੀ ਆਖਣਾ।
ਇਸ ਨੂੰ ਵੀ ਆਪਣੀ ਆਖਾਂਗੇ ਤਾਂ ਕੁਝ ਨਾ ਕੁਝ ਮਾਣ ਅਭਿਮਾਨ ਦੀ ਗੱਲ ਹੋਵੇਗੀ। ਇਹ ਚੀਜ਼ ਮੇਰੀ ਏ, ਮਾਲਕ ਮੈਂ ਹਾਂ। ਸਚਾਈ ਇਹ ਹੈ ਕਿ ਇਹ ਘਰ ਮੇਰਾ ਹੈ ਨਹੀਂ। ਭਗਤ ਕਬੀਰ ਜੀ ਨੇ ਇੱਕ ਸ਼ਬਦ ਵਿੱਚ ਤਾਂ ਇਨਸਾਨ ਨੂੰ ਖੂਬ ਟੁੰਬਿਆ, ਝਕੋਰਿਆ ਵੀ। ਲਾਜ ਨਾ ਮਰੋ, ਕਹੋ ਘਰ ਮੇਰਾ। ਲੱਜਾ ਨਾਲ ਮਰਿਆ ਨਹੀਂ ਜਾਂਦਾ। ਜਿਸ ਵੇਲੇ ਆਖ ਦਿਓ ਇਹ ਘਰ ਮੇਰਾ, ਮਾਲਕ ਮੈਂ ਹਾਂ। ਕਿਉਂ? ਕਬੀਰ ਸਾਹਿਬ ਕਹਿੰਦੇ ਨੇ, ਸਚਾਈ ਇਹ ਹੈ ਅੰਤ ਕੀ ਬਾਰ ਨਹੀਂ ਕਛ ਤੇਰਾ। ਕੌਣ ਘਰਾਂ ਦਾ ਮਾਲਕ ਆਪਣੇ ਘਰ ਵਿੱਚ ਸਦਾ ਰਹਿ ਸਕਿਆ ਹੈ? ਕੂੜਾ ਦਾਵਾ ਸੀ। ਪਰ ਮਨੁੱਖ ਬਹੁਤ ਅਭਿਮਾਨ ਕਰਦਾ ਹੈ। ਪੰਚਮ ਪਾਤਸ਼ਾਹ ਨੇ ਰਾਗ ਆਸਾ ਵਿੱਚ ਇੱਕ ਬਚਨ ਲਿਖਿਆ ਹੈ। ਉਹ ਕਹਿੰਦੇ ਨੇ, ਭਾਵੇਂ ਅੰਤ ਇਹ ਕੰਮ ਨਹੀਂ ਆਉਂਦੇ, ਛੱਡ ਕੇ ਜਾਂਦਾ ਵੀ ਖਾਲੀ ਹੈ ਅਭਿਮਾਨੀ ਬੰਦਾ, ਪਰ ਅਭਿਮਾਨ ਕਰਦਾ ਹੈ। ਰਾਜ ਮਿਲਕ ਜੋਬਨ ਗ੍ਰਹਿ ਸੋਭਾ, ਰੂਪਵੰਤ ਜੋ ਆਨੀ, ਬਹੁਤ ਦਰਬ ਤਨਮਾਲ। ਹਸਤੀ ਅਰ ਘੋੜੇ, ਹਾਥੀ ਘੋੜੇ ਵੀ ਸਵਾਰੀਆਂ। ਬਹੁਤ ਦਰਬ ਹਸਤੀ ਅਰ ਘੋੜੇ, ਲਾਲ ਲਾਖ ਬੈ ਆਨੀ। ਮੁੱਲ ਖਰੀਦੇ ਹੋਏ, ਜਿਨ੍ਹਾਂ ਦਾ ਪੱਕਾ ਮਾਲਕ ਬਣ ਗਿਆ ਹੈ, ਬੈ ਕੀਤੇ ਹੋਏ। ਲਾਲ ਹੀਰੇ ਜਵਾਹਰਾਤ, ਇਹਨਾਂ ਤੇ ਅਭਿਮਾਨ ਕਰਕੇ ਬੈਠਾ ਹੈ। ਆਗਹਿ ਦਰਗਹਿ ਕਾਮ ਨਾ ਆਵੈ, ਛੋੜ ਚੱਲੇ ਅਭਿਮਾਨੀ। ਦਰਗਾਹੇ ਕੰਮ ਤਾਂ ਆਵਣ, ਜੇ ਘੱਟ ਤੋਂ ਘੱਟ ਦੋ ਖੂਬੀਆਂ ਹੋ। ਪਹਿਲੀ ਖੂਬੀ ਤਾਂ ਇਹ ਹੋਵੇ ਕਿ ਦਰਗਾਹ ਤੱਕ ਉਹ ਪਦਾਰਥ, ਇਹ ਲਾਲ ਹੀਰੇ ਜਵਾਹਰਾਤ, ਮਹਿਲ ਮਾੜੀਆਂ, ਰਾਜ ਮਿਲਖ ਸਿਕਦਾਰੀਆਂ ਨਾਲ ਜਾ ਸਕਦੇ ਹੋਣ। ਕਹਾਣੀ ਤਾਂ ਇੱਥੇ ਹੀ ਮੁੱਕ ਜਾਂਦੀ ਹੈ ਕਿ ਅੰਤ ਕੀ ਬਾਰ ਇਕੇਲੋ ਹੀ ਜੈ ਹੈ। ਕਿਸੇ ਦੇ ਨਾਲ ਕੋਈ ਮਹਿਲ ਮਾੜੀਆਂ ਗਏ ਨਹੀਂ, ਹਾਥੀ ਘੋੜੇ ਗਏ ਨਹੀਂ, ਹੀਰੇ ਜਵਾਹਰਾਤ ਨਹੀਂ ਗਏ, ਕੁਝ ਵੀ ਨਹੀਂ। ਪਹਿਲੀ ਗੱਲ ਹੈ ਇਹ ਨਾਲ ਜਾਣਦੇ ਨਹੀਂ, ਦੂਜੀ ਗੱਲ ਹੈ ਉੱਥੇ ਕੰਮ ਆਉਂਦੇ ਨਹੀਂ। ਇਹਨਾਂ ਦਾ ਕੋਈ ਮੁੱਲ ਨਹੀਂ ਹੈ। ਜਿਸ ਦੇਸ਼ ਵਿੱਚ ਜਿਸ ਵਸਤੂ ਦੀ ਕੋਈ ਕੀਮਤ ਹੋਏ ਨਾ, ਉਸ ਨੂੰ ਕਰੋਗੇ ਵੀ ਕੀ। ਛੱਡ ਕੇ ਚਲਾ ਗਿਆ, ਦਰਗਾਹੇ ਕੰਮ ਨਾ ਆਏ। ਕਾਹੇ ਇੱਕ ਬਿਨਾ ਚਿਤ ਲਾਈਐ, ਊਠਤ ਬੈਠਤ ਸੋਵਤ ਜਾਗਤ, ਸਦਾ ਸਦਾ ਹਰ ਧਿਆਈਐ। ਇਹ ਤਾਕੀਦ ਕੀਤੀ ਪੰਚਮ ਪਾਤਸ਼ਾਹ ਨੇ। ਉਸ ਇੱਕ ਤੋਂ ਬਗੈਰ ਕਿੱਧਰ ਚਿੱਤ ਲਾਉਣਾ ਹੈ? ਕਿਉਂ ਲਾਉਣਾ ਹੈ? ਮਿੱਤਰਾ, ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਉਸ ਹਰੀ ਨੂੰ ਧਿਆਉਣਾ ਚਾਹੀਦਾ ਹੈ। ਜਿਹੜਾ ਤੇਰਾ ਪ੍ਰਤੀਤ ਹੁੰਦਾ ਹੈ ਕਿ ਹੁਕਮ ਚੱਲਦਾ ਹੈ, ਇਲਾਕੇ ਵਿੱਚ ਚੱਲਦਾ ਹੈ, ਕਿ ਦੇਸ਼ ਵਿੱਚ ਚੱਲਦਾ ਹੈ, ਕਿ ਦੁਨੀਆ 'ਤੇ ਚੱਲਦਾ ਹੈ। ਬੜੇ ਰੰਗ ਤਮਾਸ਼ਿਆਂ ਦੇ ਸਾਧਨ ਤੇਰੇ ਪਾਸ ਨੇ। ਤੂੰ ਆਖਣਾ ਮੇਰੀ ਆਗਿਆ ਤੋਂ ਬਗੈਰ ਕੁਝ ਹੋ ਨਹੀਂ ਸਕਦਾ, ਇਹ ਵੀ ਇੱਕ ਤੇਰਾ ਭੁਲੇਖਾ ਹੈ। ਮਹਾਂ ਬਚਿੱਤਰ ਸੁੰਦਰ ਆਖਾੜੇ, ਰਣ ਮਹਿ ਜਿੱਤੇ ਪਵਾੜੇ, ਹਉ ਮਾਰੋ ਹਉ ਬੰਧੋ ਛੋਡੋ। ਇਹ ਦਾਈਏ ਬੰਨਦਾ ਹੈ, ਦਾਅਵੇ ਕਰਦਾ ਹੈ ਕਿ ਮੈਂ ਜਿਹਨੂੰ ਮਰਜ਼ੀ ਇਹ ਕੈਦ ਵਿੱਚ ਸੁੱਟ ਦਿਆਂ ਬੰਨ੍ਹ ਲਵਾਂ, ਜਿਹਨੂੰ ਮਰਜ਼ੀ ਰਿਹਾ ਕਰ ਦੇਵਾਂ, ਮਾਰ ਦਿਆਂ ਕਿ ਰੱਖ ਲਵਾਂ, ਮੇਰੇ ਹੁਕਮ ਵਿੱਚ ਹੈ। ਇਹ ਤੇਰੇ ਦਾਅਵੇ ਝੂਠੇ ਹਨ। ਹਉ ਮਾਰੋ ਹਉ ਬੰਧੋ ਛੋਡੋ, ਮੁਖ ਤੇ ਏਵ ਬਬਾੜੇ। ਆਇਆ ਹੁਕਮ ਪਾਰ ਬ੍ਰਹਮ ਕਾ, ਛੋੜ ਚੱਲਿਆ ਏਕ ਦਿਹਾੜੇ।
ਜਿਸ ਵੇਲੇ ਉਸ ਹਾਕਮ ਦਾ ਹੁਕਮ ਆਉਂਦਾ ਹੈ, ਇਸ ਦੀ ਇੱਕ ਨਹੀਂ ਸੁਣੀ ਜਾਂਦੀ, ਮੌਤ ਬੰਨ੍ਹ ਕੇ ਅੱਗੇ ਲਾ ਲੈਂਦੀ ਹੈ। ਵੱਡੇ ਤੋਂ ਵੱਡੇ ਹਾਕਮ ਵੀ ਉਸਨੇ ਬੰਨ੍ਹ ਕੇ ਅੱਗੇ ਲਾ ਲਏ। ਰਹੀ ਕਰਮ ਕਾਂਡਾਂ ਦੀ ਗੱਲ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਰਮਾਇਆ, ਕਰਮ ਧਰਮ ਜੁਗਤ ਬਹੁ ਕਰਤਾ, ਪਰ ਕਰਤਾ ਬਣਿਆ ਬੈਠਾ ਹੈ। ਕਰਨੈ ਹਾਰ ਨ ਜਾਣੈ, ਉਪਦੇਸ਼ ਕਰੈ ਆਪ ਨ ਕਮਾਵੈ, ਤਤ ਸ਼ਬਦ ਨ ਪਛਾਨੈ, ਨਤੀਜਾ ਕੀ ਹੋਇਆ, ਨਾਂਗਾ ਆਇਆ ਨਾਂਗੋ ਜਾਸੀ, ਜਿਉਂ ਹਸਤੀ ਖਾਕ ਛਾਨੈ। ਜਿਵੇਂ ਹਾਥੀ ਨੇ ਨਹਾ ਕੇ ਖੇ ਉੱਪਰ ਸੁੱਟ ਲਈ ਹੋਵੇ। ਇਸ ਲਈ ਕੂੜਾ ਹੈ ਮਾਣ, ਭਾਵੇਂ ਕਰਮ ਕਾਂਡ ਦਾ ਹੈ, ਭਾਵੇਂ ਮਹਿਲ ਮਾੜੀਆਂ ਦਾ ਹੈ, ਭਾਵੇਂ ਹੁਕਮ ਹਕੂਮਤ ਦਾ ਹੈ, ਜੋਬਨ ਦਾ ਹੈ ਕਿ ਧਨ ਪਦਾਰਥਾਂ ਦਾ ਹੈ, ਹਰ ਅਭਿਮਾਨ ਕੂੜਾ ਹੈ, ਕਿਉਂਕਿ ਇਹ ਪਸਾਰਾ ਹੀ ਕੂੜਾ ਹੈ। ਹਜ਼ੂਰ ਕਹਿੰਦੇ ਨੇ, ਸੰਤ ਸੱਜਣ ਸੁਨੋ ਸਭ ਮੀਤਾ, ਝੂਠਾ ਇਹੋ ਪਸਾਰਾ। ਮੇਰੀ ਮੇਰੀ ਕਰ ਕਰ ਡੂਬੇ, ਖਪ ਖਪ ਮੋਏ ਗਵਾਰਾ। ਇਹ ਮੇਰੀ ਮੇਰੀ ਕਰਨ ਵਾਲੇ ਗਮਵਾਰ ਲੋਗ ਆਖਰ ਬਰਬਾਦ ਹੋ ਗਏ, ਖਪ ਗਏ। ਗੁਰ ਮਿਲ ਨਾਨਕ ਨਾਮ ਧਿਆਇਆ, ਸਾਚ ਨਾਮ ਨਿਸਤਾਰਾ। ਗੁਰੂ ਨੂੰ ਮਿਲ ਪ੍ਰਭੂ ਦੇ ਨਾਮ ਨਾਲ ਜੁੜਿਆ ਹੀ ਪਾਰ ਉਤਾਰਾ ਹੈ। ਕਬੀਰ ਜੀ ਕੋਈ ਦਾਵਾ ਹੀ ਨਹੀਂ ਕਰਦੇ ਕਿ ਇਹ ਘਰ ਮੇਰਾ ਹੈ। ਜੇ ਦੂਜਿਆਂ ਨੂੰ ਆਖਦੇ ਨੇ ਨਾ, ਲਾਜ ਨਾ ਮਰਹੁ ਕਹੋ ਘਰ ਮੇਰਾ, ਅੰਤ ਕੀ ਬਾਰ ਨਹੀਂ ਕਛ ਤੇਰਾ, ਉੱਥੇ ਆਪਣੇ ਸੰਬੰਧ ਵਿੱਚ ਵੀ ਇਹੀ ਗੱਲ ਕਹਿੰਦੇ ਨੇ, ਕਬੀਰ ਨਾ ਮੋਹਿ ਛਾਨ ਨਾ ਛਾਪਰੀ। ਮੇਰੀ ਕੋਈ ਛਨ ਕੁੱਲੀ ਕੁਝ ਨਹੀਂ ਹੈ। ਇਸ ਦਾ ਭਾਵ ਬਿਲਕੁਲ ਇਹ ਨਹੀਂ ਕਿ ਕਬੀਰ ਜੀ ਦੇ ਪਾਸ ਰਹਿਣ ਵਾਸਤੇ ਕੋਈ ਸਥਾਨ ਨਹੀਂ ਸੀ। ਕਬੀਰ ਜੀ ਦੇ ਪਾਸ ਤਾਂ ਆਏ ਗਏ ਸਾਧੂਆਂ ਦੀਆਂ ਜਮਾਤਾਂ ਵੀ ਠਹਿਰਦੀਆਂ ਸਨ। ਉਹਨਾਂ ਕਿਰਤ ਕਰਕੇ ਘਰ ਬਣਾਇਆ। ਹਾਲਤ ਇਹ ਸੀ, ਇੱਕ ਦੋਏ ਮੰਦਰ ਇੱਕ ਦੋਏ ਬਾਟ, ਹਮ ਕੋ ਸਾਥਰ ਉਨ ਕੋ ਖਾਟ। ਘਰ ਦੇ ਜੀ ਵੀ ਆਖਦੇ ਸਨ ਕਿ ਇੱਕ ਦੋ ਆ ਰਹੇ ਨੇ, ਇੱਕ ਦੋ ਜਾ ਰਹੇ ਨੇ, ਸਾਨੂੰ ਆਖਦੇ ਹੋ ਸਥਰਾਂ ਤੇ ਸੌਂ ਜਾਓ, ਤੇ ਇਹਨਾਂ ਆਏ ਸਾਧੂਆਂ ਨੂੰ ਮੰਜੀਆਂ ਦਿੰਦੇ ਹੋ। ਪਰ ਕਬੀਰ ਜੀ ਨੇ ਇਸ ਸ਼ਲੋਕ ਵਿੱਚ ਆਖਿਆ, ਮੈਂ ਕਦੀ ਵੀ ਇਸ ਘਰ ਦਾ, ਛੰਨ ਦਾ, ਛੱਪਰੀ ਦਾ ਮਾਲਕ ਨਹੀਂ ਬਣਿਆ। ਮੈਨੂੰ ਪਤਾ ਹੈ ਇੱਥੇ ਕਈ ਠਹਿਰੇ ਸਰਾਂ ਵਿੱਚ ਜ਼ਿੰਦਗੀ ਦੀ ਰਾਤ ਕੱਟ ਕੇ ਆਖਰ ਚਲੇ ਗਏ। यह दुनिया एक सराह है, इसको आखिर छोड़ जाना है। यह दुनिया एक सराह है, इसको आखिर छोड़ जाना है। अगर 2-4 दिन आकर यहाँ ठहरे तो क्या ठहरे। 2-4 दिन ਦੀ ਕਹਾਣੀ ਹੈ। ਜਿਸ ਵੇਲੇ ਸੱਚਾਈ ਸਾਹਮਣੇ ਆਉਂਦੀ ਹੈ, ਮਨੁੱਖ ਹੈਰਾਨ ਹੋ ਜਾਂਦਾ ਹੈ। ਇਸੇ ਹੈਰਾਨੀ ਨੂੰ ਇੱਕ ਸਿਆਣੇ ਨੇ 2 ਪੰਕਤੀਆਂ ਵਿੱਚ ਲਿਖਿਆ। ਉਹ ਲਿਖਦਾ ਹੈ, ਘਰ ਬੀਆਬਾਨ में बनाया नहीं हमने। ਮੈਂ ਘਰ ਕੋਈ ਬੀਆਬਾਨ ਜੰਗਲ ਵਿੱਚ ਨਹੀਂ ਸੀ ਬਣਾਇਆ, ਲੇਕਿਨ ਮੈਂ हैरान हो गया। घर बियाबान में बनाया नहीं हमने, लेकिन जिसको घर समझे हुए थे वह बियाबान निकला। ਉਹੀ ਜੰਗਲ ਸਾਬਤ ਹੋਇਆ। ਕੌਣ ਕਿਸ ਘਰ ਵਿੱਚ ਸਦਾ ਬੈਠ ਰਿਹਾ ਹੈ। ਕਬੀਰ ਜੀ ਨੇ ਆਮ ਮਨੁੱਖ ਜੋ ਗਲਤੀ ਕਰਦਾ ਹੈ, ਉਸ ਤੋਂ ਆਪਣੇ ਆਪ ਨੂੰ ਬਚਾਇਆ ਹੈ। ਅਸੀਂ ਇੱਕ
ਘਰ ਤੇ ਦਾਵਾ ਕਰਦੇ ਹਾਂ ਤੇ ਉਸ ਤੋਂ ਵੱਡੇ ਮਹੱਲਾਂ ਦੀ ਤ੍ਰਿਸ਼ਨਾ ਕਰਦੇ ਹਾਂ। ਆਪਣੇ ਤੋਂ ਗਰੀਬਾਂ ਲਈ ਸਨਮਾਨ ਵੀ ਗਵਾ ਦਿੰਦੇ ਹਾਂ ਕਿ ਇਸ ਪਾਸ 4 ਛਿੱਲੜ ਘੱਟ ਨੇ। ਮਨੁੱਖ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ। ਲੇਕਿਨ ਕਬੀਰ ਜੀ ਕਹਿੰਦੇ ਨੇ ਇਹ ਛੰਨਾ ਛੱਪਰੀਆਂ ਕਿਸੇ ਦੀਆਂ ਨਹੀਂ ਬਣੀਆਂ। ਲੰਕਾ ਗੜ ਸੋਨੇ ਕਾ ਪਿਆ, ਮੂਰਖ ਰਾਵਣ ਕਿਆ ਲੈ ਗਿਆ। ਕਬੀਰ ਨਾ ਮੋਹਿ ਛਾਨ ਨਾ ਛਾਪਰੀ, ਇਹ ਹੰਕਾਰ ਮਿਟਾ ਦਿੱਤਾ ਹੈ। ਮੇਰੀ ਕੋਈ ਛੰਨ ਛਪਰੀ ਨਹੀਂ, ਮੇਰਾ ਕੋਈ ਟਿਕਾਣਾ ਨਹੀਂ। ਬੜੀਆਂ ਬੜੀਆਂ ਗਲਤੀਆਂ ਇਹ ਮਨੁੱਖ ਕਰਦਾ ਰਿਹਾ ਹੈ। ਸਾਧੂ ਬਣ ਕੇ ਵੀ ਆਪਣੇ ਟਿਕਾਣੇ ਬਣਾ ਲਏ। ਘਰ ਛੱਡ ਕੇ ਦੌੜ ਗਏ ਜਿੱਥੇ ਮਿਹਨਤ ਦੀ ਕਮਾਈ ਕਰਕੇ, ਚਲੋ ਸੰਸਾਰਕ ਤੌਰ ਤੇ ਹੀ ਸਹੀ, ਮੁਸ਼ੱਕਤ ਕਰਕੇ ਕੁਝ ਬਣਾਇਆ ਸੀ। ਦੁਨੀਆ ਦੀ ਕਮਾਈ ਤੇ ਡੇਰੇ ਖੜੇ ਕਰ ਲਏ। ਕਿੱਡਾ ਠੱਗੀ ਦਾ ਜਾਲ ਚੱਲ ਰਿਹਾ ਹੈ। ਨਾਮ ਰੱਖ ਦਿੱਤਾ ਇਹ ਮੇਰਾ ਡੇਰਾ ਹੈ। ਜਿਹੜਾ ਆਪਣੇ ਅਸਥਾਨ ਨੂੰ ਡੇਰਾ ਆਖਦਾ ਹੈ, ਉਸ ਨੂੰ ਗੁਰਮਤਿ ਦੀ ABC ਵੀ ਪਤਾ ਨਹੀਂ। ਸਤਿਗੁਰੂ ਕਹਿੰਦੇ ਨੇ ਦੁਨੀਆ ਹੀ ਤੇਰਾ ਡੇਰਾ ਨਹੀਂ। ਡੱਡਾ ਡੇਰਾ ਇਹ ਨਹੀਂ, ਜਹ ਡੇਰਾ ਤਹ ਜਾਨ। ਇਹ ਦੁਨੀਆ ਡੇਰਾ ਨਹੀਂ, ਇਹ ਕਿਸੇ ਦਾ ਪੱਕਾ ਟਿਕਾਣਾ ਨਹੀਂ। ਇੱਥੇ ਤਾਂ ਹਰ ਵੇਲੇ, ਹਰ ਰੋਜ਼, ਹਰ ਪਲ ਚੱਲਣ ਦਾ ਧੋਖਾ ਬਣਿਆ ਹੋਇਆ ਹੈ। ਮੁਕਾਮ ਕਰ ਘਰ ਬੈਸਣਾ, ਨਿਤ ਚੱਲਣੇ ਕੀ ਤੋਖ। ਮੁਕਾਮ ਤਾਂ ਪਰ ਜਾਣੀਏ, ਜਾਂ ਰਹਿ ਨਿਹਚਲ ਲੋਕ। ਜੇ ਪੱਕੇ ਬਹਿ ਰਹਿਣਾ ਹੋਵੇ ਤੈਨੂੰ, ਡੇਰਾ ਮੁਕਾਮ ਟਿਕਾਣਾ ਆਪਣਾ ਕਹਿ ਲਈ। ਕਬੀਰ ਜੀ ਕਹਿੰਦੇ ਨੇ ਨਹੀਂ, ਇਹ ਕੂੜੇ ਦਾਵੇ ਨੇ। ਨਾ ਮੇਰੀ ਕੋਈ ਛੰਨ ਨਾ ਛਪਰੀ, ਨਾ ਮੋਹਿ ਘਰ ਨਹੀਂ ਗਾਓ। ਨਾ ਕੋਈ ਮੇਰਾ ਘਰ ਹੈ, ਨਾ ਕੋਈ ਮੇਰਾ ਗਾਉਂ ਹੈ, ਨਗਰ ਹੈ। ਇਹ ਨਗਰੀ ਸਾਡੀ ਬਣੀ ਕਦੋਂ? ਇਹ ਗਿਰਾਂ ਕਿਸ ਦੇ ਬਣੇ ਨੇ? ਕਦੀ ਵੀ ਕਿਸੇ ਦੇ ਵੀ ਨਹੀਂ ਬਣੇ। ਸਾਰੇ ਲੋਕ ਇਹ ਗਿਰਾਂ, ਇਹ ਮਹੱਲ ਟਿਕਾਣੇ ਛੱਡ ਕੇ ਤੁਰ ਗਏ। ਭਗਤ ਦੇ ਪਾਸ 2 ਪ੍ਰਮੁੱਖ ਵਿਚਾਰ ਨੇ ਇਸ ਪੱਖ ਤੋਂ। ਇੱਕ, ਉਹ ਇਸ ਗੱਲ ਨੂੰ ਸਮਝਦਾ ਹੈ ਕਿ ਇਹ ਦੁਨੀਆ ਹੀ ਮੇਰਾ ਟਿਕਾਣਾ ਨਹੀਂ। ਮੈਂ ਘਰ ਤੇ, ਮਹਿਲਮਾੜੀਆਂ ਤੇ, ਆਪਣੇ ਨਗਰ ਤੇ, ਆਪਣੇ ਦੇਸ਼ ਤੇ ਝੂਠੇ ਲੇਬਲ ਲਾ ਕੇ ਮਾਣ ਕਿਉਂ ਕਰਾਂ? ਔਰ ਮਨੁੱਖ ਦਾ ਹੰਕਾਰ ਬੜਾ ਅਜੀਬ ਹੈ। ਹਰ ਆਦਮੀ ਆਪਣੇ ਦੇਸ਼ ਨੂੰ ਮਹਾਨ ਆਖਦਾ ਹੈ। ਦੂਜੇ ਮਹਾਨ ਜਾਪਦੇ ਹੀ ਨਹੀਂ। ਲੱਖ ਕੋਈ ਬਹਾਨੇ ਬਣਾਵੇ ਪਰ ਥੰਮੀਆਂ ਇਹੀ ਖੜੀਆਂ ਕਰਦਾ ਹੈ, ਮੇਰਾ ਦੇਸ਼ ਮਹਾਨ ਹੈ। ਦਰਅਸਲ ਉਹ ਦੇਸ਼ ਨੂੰ ਮਹਾਨ ਨਹੀਂ ਕਹਿ ਰਿਹਾ, ਕਿਉਂਕਿ ਮੇਰਾ ਇਸ ਲਈ ਮਹਾਨ ਹੈ। ਆਪਣੇ ਆਪ ਨੂੰ ਮਹਾਨ ਸਦਵਾਉਣਾ ਚਾਹੁੰਦਾ ਹੈ। ਮੈਂ ਇੱਕ ਕਥਾ ਪੜ੍ਹੀ। ਫਿਲਾਸਫੀ ਦਾ ਪ੍ਰੋਫੈਸਰ, ਹੈਡ ਆਫ ਡਿਪਾਰਟਮੈਂਟ, ਕਲਾਸ ਵਿੱਚ ਗਿਆ। ਉਸਨੇ ਆਖਿਆ, ਮੈਂ ਅੱਜ ਇੱਕ ਐਲਾਨ ਕਰਨਾ ਚਾਹੁੰਦਾ ਕਿ ਮੈਂ ਦੁਨੀਆ ਦਾ ਸਭ ਤੋਂ ਮਹਾਨ ਆਦਮੀ ਹਾਂ। ਵਿਦਿਆਰਥੀ ਹੱਸ ਪਏ। ਇਹ ਕਿਵੇਂ ਹੋ ਸਕਦਾ ਹੈ? ਉਸਨੇ ਆਖਿਆ, ਮੈਂ ਸਾਬਤ ਕਰਾਂਗਾ। ਦੱਸੋ ਦੇਸ਼ ਕਿਹੜਾ ਮਹਾਨ ਹੈ? ਉਹਨਾਂ ਆਪਣੇ ਦੇਸ਼ ਦਾ ਨਾਂ ਲਿਆ। ਇਹ ਦੇਸ਼ ਸਭ ਤੋਂ ਮਹਾਨ ਹੈ। ਪ੍ਰੋਫੈਸਰ ਨੇ ਆਖਿਆ, ਫਿਰ ਬਾਕੀ ਦੇਸ਼ਾਂ ਦੀ ਗੱਲ 2 ਪਲ ਲਈ ਆਪਾਂ ਛੱਡ ਲਈਏ। ਰਾਜਧਾਨੀ ਦੀ ਯੂਨੀਵਰਸਿਟੀ ਵਿੱਚ ਇਹ ਪੜ੍ਹਾ ਰਿਹਾ ਸੀ। ਉਸਨੇ ਆਖਿਆ, ਦੇਸ਼ ਵਿੱਚੋਂ
ਸ਼ਹਿਰ ਕਿਹੜਾ ਮਹਾਨ ਹੈ। ਯਕ ਲਖਤ ਜਵਾਬ ਸੀ ਸਾਰਿਆਂ ਵੱਲੋਂ, ਦੇਸ਼ ਦੀ ਰਾਜਧਾਨੀ ਹੀ ਮਹਾਨ ਗਿਣੀ ਜਾਏਗੀ। ਉਸਨੇ ਆਖਿਆ, ਹੁਣ ਦੇਸ਼ ਦੀ ਗੱਲ ਵੀ ਥੋੜ੍ਹੀ ਦੇਰ ਲਈ ਛੱਡ ਦਿਓ। ਸ਼ਹਿਰ ਤੇ ਆ ਗਏ, ਰਾਜਧਾਨੀ ਮਹਾਨ, ਮੈਂ ਵੀ ਸਹਿਮਤ ਹਾਂ। ਇੱਥੇ ਸਥਾਨ ਕਿਹੜਾ ਮਹਾਨ ਹੈ। ਉਹਨਾਂ ਆਖਿਆ, ਸੁਭਾਵਕ ਹੈ, ਜਿੱਥੇ ਵਿੱਦਿਆ ਦਿੱਤੀ ਜਾਏ। ਯੂਨੀਵਰਸਿਟੀ ਤੋਂ ਮਹਾਨ ਕੀ ਹੋ ਸਕਦਾ ਹੈ। ਯੂਨੀਵਰਸਿਟੀ ਹੀ ਮਹਾਨ ਹੈ। ਹੁਣ ਗੱਲ ਟਿਕਾਣੇ ਤੇ ਪਹੁੰਚ ਗਈ। ਉਸਨੇ ਆਖਿਆ, ਸਾਰਿਆਂ ਤੋਂ ਵਿਸ਼ਾ ਸਬਜੈਕਟ ਕਿਹੜਾ ਮਹਾਨ ਹੈ। ਸਭ ਫਿਲਾਸਫੀ ਦੇ ਵਿਦਿਆਰਥੀ, ਤਰਕਵਾਦੀ। ਉਹਨਾਂ ਆਖਿਆ, ਇਸ ਤੋਂ ਉੱਪਰ ਕਿਹੜਾ ਸਬਜੈਕਟ ਹੋ ਸਕਦਾ ਹੈ। ਪ੍ਰੋਫੈਸਰ ਨੇ ਆਖਿਆ, ਫਿਰ ਇਸ ਦਾ ਮੁਖੀਆ ਕੌਣ ਹੈ। ਮੈਂ ਦੁਨੀਆ ਦਾ ਸਭ ਤੋਂ ਮਹਾਨ ਆਦਮੀ ਹਾਂ। ਸਾਡੇ ਤਰਕ ਵੀ ਕੋਈ ਇਸ ਤੋਂ ਵੱਖਰੇ ਨਹੀਂ, ਸਾਡੀਆਂ ਦਲੀਲਾਂ ਇਸ ਤੋਂ ਕੋਈ ਵੱਖਰੀਆਂ ਨਹੀਂ। ਕਬੀਰ ਸਾਹਿਬ ਕੁਝ ਹੋਰ ਕਹਿੰਦੇ ਹਨ। ਮੈਂ ਇੱਕ ਵਿਅਕਤੀ ਦਾ, ਸੰਤ ਅਖਵਾਉਣ ਵਾਲੇ ਦਾ ਲੈਕਚਰ ਸੁਣ ਰਿਹਾ ਸਾਂ। ਮੈਨੂੰ ਕਿਸੇ ਨੇ DVD ਦਿੱਤੀ ਔਰ ਉਹ ਬੋਲ ਰਿਹਾ, ਪੰਜਾਬ ਸਭ ਤੋਂ ਮਹਾਨ ਹੈ, ਕਿਉਂਕਿ ਹਰਿਮੰਦਰ ਸਾਹਿਬ ਕਿੱਥੇ ਹੈ। ਸਾਥੀ ਆਖਦੇ ਨੇ ਪੰਜਾਬ ਵਿੱਚ। ਫਿਰ ਉਹ ਕੇਸਗੜ੍ਹ ਸਾਹਿਬ ਦੀ ਚਰਚਾ ਕਰੇ, ਹੋਰ ਚਰਚਾ ਕਰੇ। ਮੈਂ ਹੈਰਾਨ ਸਾਂ, ਫਿਰ ਪਟਨਾ ਸਾਹਿਬ ਦਾ ਕੀ ਬਣੇਗਾ। ਹਜ਼ੂਰ ਸਾਹਿਬ ਕਿੱਥੇ ਜਾਵੇਗਾ। ਨਨਕਾਣਾ ਸਾਹਿਬ ਦੀ ਚਰਚਾ ਕਰੋਗੇ ਜਾਂ ਨਹੀਂ। ਮਨੁੱਖ ਦੀਆਂ ਦਲੀਲਾਂ ਬੜੀਆਂ ਥੋਥੀਆਂ ਹਨ। ਕਬੀਰ ਜੀ ਕਹਿੰਦੇ ਨੇ, ਨਹੀਂ, ਮੇਰਾ ਕੋਈ ਗਿਰਾ ਨਹੀਂ। ਇੱਕ ਨਜ਼ਰੀਆ ਇਹ ਹੈ ਕਿ ਮੇਰਾ ਇਹ ਦੁਨੀਆ ਹੀ ਸਥਾਨ ਨਹੀਂ, ਕਿਉਂਕਿ ਜੀਓ ਨੇ ਜਾਣਾ ਹੈ। ਦੂਜੇ ਪਾਸੇ ਭਗਤ ਦੀ ਵਿਸ਼ਾਲ ਦਿਲੀ ਇਹ ਹੈ, ਉਹ ਸਾਰੇ ਸੰਸਾਰ ਦੇ ਚਮਨ ਨੂੰ ਹੀ ਆਪਣਾ ਸਮਝਦਾ ਹੈ, ਇਸ ਲਈ ਪਿਆਰ ਵੀ ਸਭ ਨੂੰ ਕਰਦਾ ਹੈ। ਜਿਹੜੀਆਂ ਅਸੀਂ ਚਾਰ ਦੀਵਾਰੀਆਂ ਵਿੱਚ ਬੰਦ ਹੋ ਗਏ ਹਾਂ ਮੋਹ ਦੇ ਕਾਰਨ, ਭਗਤ ਉਹਨਾਂ ਤੋਂ ਆਜ਼ਾਦ ਹੈ। ਇਸ ਲਈ ਇਸੇ ਨਜ਼ਰੀਏ ਨੂੰ ਮੁੱਖ ਰੱਖਦਿਆਂ ਇੱਕ ਵਿਦਵਾਨ ਨੇ ਆਖਿਆ, ਸਾਰੇ ਚਮਨ ਕੋ ਮੈਂ ਤੋ ਸਮਝਤਾ ਹੂੰ ਆਪਣਾ ਘਰ। ਸਾਰੇ ਚਮਨ को मैं तो समझता हूँ अपना घर, तू आशियाँ प्रस्त है, जा आशियाँ बना। कबीर जी कहते ने, मेरा आशियाना भी कोई नहीं, मेरा नगर भी कोई नहीं। मैं होर नगर दा वासी हाँ, प्रभु तो आई हुई किरण। कबीर ना मोहे छान ना छापरी, ना मोहे घर नहीं गाँव। ਇਹ ਨਿਮਰਤਾ ਹੈ, ਕਿਸੇ ਚੀਜ਼ 'ਤੇ ਕੋਈ ਦਾਵਾ ਨਹੀਂ। ਮੈਂ ਨਿਰਮਾਣ ਹੋ ਗਿਆ ਹਾਂ, ਸ਼ਾਇਦ ਭਗਵਾਨ ਦੇ ਦਰ ਪ੍ਰਵਾਨ ਚੜ੍ਹ ਜਾਵਾਂ। ਮਤ ਹਰਿ ਪੁੱਛੈ ਕੌਣ ਹੈ, ਮਤਾਂ ਭਗਵਾਨ ਪੁੱਛ ਹੀ ਲੈ ਇਸ ਡਿੱਗੇ ਹੋਏ ਗਰੀਬੜੇ ਨੂੰ। ਔਰ ਮੈਂ ਸੱਚ ਆਖਣਾ, ਮੇਰੇ ਜ਼ਾਤ ਨਾ ਨਾਉ, ਮੇਰੀ ਜ਼ਾਤ ਪਾਤ ਵੀ ਕੋਈ ਨਹੀਂ। ਨਾ ਜ਼ਾਤ ਦਾ ਗੁਮਾਨ ਹੈ, ਨਾ ਘਰ-ਬਾਰ ਮਕਾਨ ਦਾ ਕੋਈ ਅਭਿਮਾਨ ਹੈ, ਨਾ ਕਿਸੇ ਗਾਉਂ ਗਿਰਾਂ ਸ਼ਹਿਰ ਦੇਸ਼ ਦਾ ਅਭਿਮਾਨ ਹੈ। ਸਭ ਹੰਕਾਰ ਤੋਂ ਮੁਕਤ ਹੋ ਕੇ ਕਬੀਰ ਜੀ ਕਹਿੰਦੇ ਨੇ, ਸ਼ਾਇਦ ਭਗਵਾਨ ਪੁੱਛ ਹੀ ਲਏ ਮੇਰੀ ਬਾਤ। ਅਗਲਾ ਸ਼ਲੋਕ ਹੈ, ਕਬੀਰ ਮੋਹ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੈ द्वार। मत हर पूछे कौन है, परा हमारे बार। मेरे अंदर ये पक्की तांग है, मैं अपनी हों अपना आपा मिटा दिया। और ये कोई मजबूरी नहीं, ये मेरे अंदर एक चाव है। ਵਡਭਾਗੀ ਨੇ ਉਹ ਜਿਨ੍ਹਾਂ ਅੰਦਰ ਮੈਂ ਮਿਟਾਉਣ ਦਾ ਉਤਸ਼ਾਹ ਜਾਗ ਪਿਆ ਹੋਵੇ। ਕਬੀਰ ਮੋਹ ਮਰਨੇ ਕਾ ਚਾਓ ਹੈ, ਮਰੋਂ ਤਾਂ ਹਰ ਕੇ द्वार। ਪਰ ਮੈਂ ਜ਼ਮੀਰ ਮਾਰਨ ਵਾਲਾ ਇਨਸਾਨ ਨਹੀਂ ਕਿ ਥਾਂ ਥਾਂ ਤੇ ਨੱਕ ਰਗੜਦਾ ਫਿਰਦਾ ਹੋਵਾਂ।
ਨਹੀਂ, ਹਰੀ ਦੇ ਦਰਵਾਜ਼ੇ 'ਤੇ ਡਿੱਗਣ ਦਾ ਚਾਅ ਜ਼ਰੂਰ ਹੈ। ਇੱਥੇ ਮਿਟ ਜਾਵਾਂ, ਮੇਰੀ ਹਸਤੀ ਮਿਟ ਜਾਏ ਮਾਲਕ ਦੇ ਸਾਹਮਣੇ, ਇਸ ਦਾ ਮੈਨੂੰ ਚਾਅ ਹੈ। ਇਹ ਤਾਂਘ ਹੈ, ਦੁਨੀਆ ਦੀ ਮੋਹ ਮਮਤਾ ਮਿਟਾ ਦਿਆਂ। ਤੇ ਇਹ ਮਿਟਦੀ ਤਾਂ ਹੈ ਜੇ ਮਾਲਕ ਅੱਗੇ ਡਿੱਗ ਪਈਏ। ਪਰ ਫਿਰ ਵੀ ਮੇਰਾ ਕੋਈ ਦਾਵਾ ਨਹੀਂ ਕਿ ਜੇ ਮੈਂ ਉਸ ਦੇ ਦਰ 'ਤੇ ਡਿੱਗ ਪਿਆ ਹਾਂ, ਮੋਹ ਮਮਤਾ ਤਿਆਗ ਦਿੱਤੀ ਹੈ, ਮੈਂ ਛੱਡ ਦਿੱਤੀ ਹੈ, ਤੇ ਮਾਲਕ ਨੂੰ ਮਿਲਣਾ ਹੁਣ ਮੇਰਾ ਅਧਿਕਾਰ ਬਣ ਗਿਆ ਹੈ। ਨਹੀਂ, ਜਦੋਂ ਵੀ ਅਧਿਕਾਰ ਦੀ ਗੱਲ ਆਵੇਗੀ, ਉਸ ਦੇ ਪਿੱਛੇ ਹੌਂ ਖੜੋਤੀ ਹੋਵੇਗੀ ਕਿ ਮੇਰਾ ਹੱਕ ਬਣਦਾ ਹੈ। ਇਸ ਦਾ ਮਤਲਬ ਹੈ ਮੈਂ ਡਿਜ਼ਰਵ ਕਰਦਾ। ਬੜਾ ਪ੍ਰਸਿੱਧ ਵਚਨ ਹੈ, ਫਸਟ ਡਿਜ਼ਾਇਰ ਦੈਨ ਫਸਟ ਡਿਜ਼ਰਵ ਦੈਨ ਡਿਜ਼ਾਇਰ। ਪਹਿਲੇ ਡਿਜ਼ਰਵ ਕਰ, ਕਾਬਲ ਬਣ, ਤੇ ਫਿਰ ਇੱਛਾ ਕਰ ਲਈ। ਮੈਂ ਆਖਣਾ ਇਹ ਵੀ ਸੰਸਾਰ ਦੀ ਇੱਕ ਸੋਚ ਹੈ। ਡਿਜ਼ਰਵ ਕਰ, ਡਿਜ਼ਾਇਰ ਦੀ ਜ਼ਰੂਰਤ ਨਹੀਂ ਰਹਿ ਜਾਏਗੀ। ਧਰਮ ਇਹ ਸਿਖਾਉਂਦਾ ਹੈ, ਡਿਜ਼ਰਵ ਕਰ, ਵੱਧ ਤੋਂ ਵੱਧ ਆਪਣੇ ਆਪ ਨੂੰ ਕਾਬਿਲ ਬਣਾ, ਫਲ ਉਸ 'ਤੇ ਛੱਡ ਦੇ। ਕਰਮ ਕਰ, ਫਲ ਮਾਲਕ 'ਤੇ ਰਹਿਣ ਦੇ। ਸਾਰੀ ਗੀਤਾ ਵਿੱਚ ਇਹੀ ਤਾਂ ਸਾਰ ਨਿਚੋੜ ਕ੍ਰਿਸ਼ਨ ਜੀ ਨੇ ਸਮਝਾਇਆ। ਕਬੀਰ ਜੀ ਇੱਥੇ ਵੀ ਦਾਅਵਾ ਨਹੀਂ ਕਰਦੇ, ਕਹਿੰਦੇ ਨੇ ਮਾਲਕ ਅੱਗੇ ਮਿਟ ਜਾਣ ਦਾ ਤਾਂ ਮੇਰੇ ਅੰਦਰ ਚਾਅ ਹੈ, ਪਰ ਇਸ ਨਾਲ ਮੈਂ ਇਹ ਨਹੀਂ ਆਖ ਸਕਦਾ ਕਿ ਉਸ ਦੀ ਪ੍ਰਾਪਤੀ ਫਿਰ ਵੀ ਮੇਰਾ ਹੱਕ ਬਣ ਗਿਆ ਹੈ। ਮਤ ਹਰ ਪੁੱਛੇ ਕੌਣ ਹੈ, ਮਤਾ ਸ਼ਾਇਦ ਮਾਲਕ ਮਿਹਰਬਾਨ ਹੋ ਜਾਏ ਤੇ ਪੁੱਛ ਹੀ ਲੈ ਕਿ ਮੇਰੇ ਦਰਵਾਜ਼ੇ ਉੱਤੇ ਕੌਣ ਡਿੱਗਾ ਹੋਇਆ ਹੈ। ਔਰ ਇਹ ਸੱਚਾਈ ਹੈ, ਡਿੱਗੇ ਸਹੀ ਕੋਈ, ਮਾਲਕ ਪੁੱਛਦਾ ਜ਼ਰੂਰ ਹੈ। ਉਹ ਅਵੇਸਲਾ ਨਹੀਂ, ਉਹ ਨਿਰਦਈ ਨਹੀਂ ਕਿ ਡਿੱਗੇ ਨੂੰ ਉਠਾ ਕੇ ਗਲਵੱਕੜੀ ਵਿੱਚ ਨਾ ਲਵੇ। ਅਵੇਸਲਾ ਨਹੀਂ ਕਿ ਉਸ ਨੂੰ ਪਤਾ ਨਾ ਲੱਗੇ। ਉਹ ਅੰਤਰਜਾਮੀ ਸਭ ਜਾਣਦਾ ਹੈ। ਮਤ ਹਰ ਪੁੱਛੇ ਕੌਣ ਹੈ, ਮਤਾਂ ਮਾਲਕ ਪੁੱਛ ਲਵੇ। ਬਸ ਉਸ ਦੇ ਪੁੱਛਣ ਵਿੱਚ ਮੇਰੀ ਕਿਸਮਤ ਖੁੱਲ ਗਈ। ਪਰਾ ਹਮਾਰੇ ਬਾਰ ਕਿ ਮੇਰੇ ਦਰਵਾਜ਼ੇ 'ਤੇ ਇਹ ਕੌਣ ਡਿੱਗਾ ਹੋਇਆ ਹੈ। ਇਸੇ ਵਿੱਚ ਹੀ ਸਾਰੀ ਬਖਸ਼ਿਸ਼ ਛੁਪੀ ਹੋਈ ਹੈ। ਬਖਸ਼ਿਸ਼ ਹੋ ਗਈ, ਫਿਰ ਵੀ ਅਭਿਮਾਨ ਤੋਂ ਬਚਣਾ ਹੈ ਕਿ ਮਾਲਕ ਦੀ ਪ੍ਰਾਪਤੀ ਕਿਸੇ ਮੇਰੇ ਉਦਮ ਦਾ ਸਦਕਾ ਹੋਈ ਹੈ। ਮੈਂ ਅਨੇਕ ਰੂਪ ਧਾਰਨ ਕਰਕੇ ਮਨੁੱਖ 'ਤੇ ਹਾਵੀ ਹੋ ਜਾਂਦੀ ਹੈ। ਕਬੀਰ ਜੀ ਨੇ ਇਸ ਤੋਂ ਅਗਲਾ ਸ਼ਲੋਕ ਲਿਖਿਆ, ਕਬੀਰ ਨਾ ਹਮ ਕੀਆ ਨਾ ਕਰਹਿੰਗੇ, ਨਾ ਕਰ ਸਕੈ ਸਰੀਰ। ਮੇਰੇ ਅੰਦਰ ਕੋਈ ਤਾਕਤ ਨਹੀਂ, ਨਾ ਸੀ ਕਿ ਜਿਹੜੇ ਲਾਖ ਅਹੇਰੀ ਫਿਰਦੇ ਸਨ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸ਼ਾ ਤ੍ਰਿਸ਼ਨਾ ਆਦਿਕ, ਇਹਨਾਂ ਦੀ ਮਾਰ ਤੋਂ ਬਚਣ ਵਾਸਤੇ ਮੈਂ ਆਪ ਕੁਝ ਕਰ ਸਕਦਾ ਤੇ ਪ੍ਰਭੂ ਚਰਨਾਂ ਵਿੱਚ ਜੁੜ ਜਾਂਦਾ। ਅਗਾਂਹ ਵੀ ਮੇਰੇ ਵਿੱਚ ਐਸੀ ਕੋਈ ਤਾਕਤ ਨਹੀਂ। ਇਹ ਦੋ ਗੱਲਾਂ, ਨਾ ਮੈਂ ਕੁਝ ਕੀਤਾ ਹੈ ਕਬੀਰ, ਨਾ ਹਮ ਕੀਆ ਨਾ ਕਰਾਂਗੇ। ਬੀਤੇ ਸਮੇਂ ਦੇ ਸੰਬੰਧ ਵਿੱਚ ਵੀ ਕਹਿ ਦਿੱਤਾ ਹੈ ਤੇ ਆਉਣ ਵਾਲੇ ਦੇ ਸੰਬੰਧ ਵਿੱਚ ਵੀ। ਤੇ ਆਮ ਤੌਰ ਤੇ ਇਸ ਮਨੁੱਖ ਦੀ ਬਿਰਤੀ ਇਹਨਾਂ ਦੋਹਾਂ ਸਮਿਆਂ ਵਿੱਚ ਵੰਡੀ ਹੋਈ ਹੈ। ਤੁਸੀਂ ਚਾਰ ਆਦਮੀਆਂ ਵਿੱਚ ਬੈਠੋ, ਡੰਗੋਰੀ ਦੇ ਸਹਾਰੇ ਨਾਲ ਤੁਰਨ ਵਾਲੇ ਵੀ ਦੱਸਦੇ ਨੇ ਮੈਂ ਜਵਾਨੀ 'ਚ ਇਹ ਕੀਤਾ ਹੈ, ਮੈਂ ਉਹ ਕੀਤਾ ਹੈ, ਮੈਂ ਇਹ ਕੀਤਾ। ਉੱਥੇ ਰੁਕੇ ਹੋਏ ਨੇ।
ਜਵਾਨੀ ਵੱਲ ਨੂੰ ਵੱਧ ਰਿਹਾ ਹੈ ਅਤੇ ਉਸ ਦੀ ਪਲੈਨਿੰਗ ਸੁਣੋ, ਮੈਂ ਇਹ ਕਰਨਾ ਹੈ, ਮੈਂ ਉਹ ਕਰਨਾ ਹੈ, ਮੈਂ ਇੱਥੇ ਪਹੁੰਚਣਾ ਹੈ, ਮੈਂ ਇਹ ਟੀਚੇ ਮਿਥ ਲਏ ਨੇ ਔਰ ਮੈਂ ਪੂਰੀ ਵਾਹ ਜਹਾਨ ਦੀ ਲਾ ਦਿਆਂਗਾ, ਇਹ ਪ੍ਰਾਪਤੀਆਂ ਕਰਨੀਆਂ ਨੇ। ਕਬੀਰ ਜੀ ਕਹਿੰਦੇ ਨੇ ਮੈਂ ਕੀਤਾ ਵੀ ਕੁਝ ਨਹੀਂ ਅਤੇ ਨਾ ਅਗਾਂਹ ਕਰਨ ਦੀ ਮੇਰੇ ਵਿੱਚ ਕੋਈ ਸਮਰੱਥਾ ਹੈ ਕਿ ਮੈਂ ਅਗਾਂਹ ਕਰਾਂਗਾ। ਸੱਚ ਤਾਂ ਇਹ ਹੈ ਨਾ ਕਰ ਸਕੇ ਸਰੀਰ, ਇਹ ਸਰੀਰ ਮੇਰਾ ਇੰਨੇ ਜੋਗਾ ਹੀ ਨਹੀਂ, ਬੜਾ ਕਮਜ਼ੋਰ ਹੈ। ਆਪਣੇ ਬਲ ਬੂਤੇ 'ਤੇ ਤਾਂ ਇਹ ਜ਼ਿੰਦਾ ਵੀ ਨਾ ਰਹਿ ਸਕੇ। ਸਵਾਸਾਂ ਦਾ ਸਰਮਾਇਆ ਮਾਲਕ ਬਖਸ਼ ਰਿਹਾ ਹੈ ਤਾਂ ਇਹ ਜ਼ਿੰਦਗੀ ਚੱਲ ਰਹੀ ਹੈ। ਸਰੀਰ ਦੇ ਕਾਇਆਂ ਦੇ ਹੱਥ ਨਹੀਂ ਕਿ ਸਦਾ ਟਿਕੀ ਰਹੇ। ਜੇ ਕਾਇਆਂ ਦੇ ਹੱਥ ਹੁੰਦਾ ਤਾਂ ਇਹ ਜੀਓ ਨੂੰ ਜਾਣ ਹੀ ਨਾ ਦਿੰਦੀ। ਸਤਿਗੁਰੂ ਜੀ ਨੇ ਬਾਣੀ ਅੰਦਰ ਬੜਾ ਸੁੰਦਰ ਵਾਰਤਾਲਾਪ ਲਿਖਿਆ ਹੈ। ਧਨ ਅੰਧੀ ਪਿਰ ਚਪਲ ਸਿਆਣਾ, ਪੰਚ ਤਤ ਕਾ ਰਚਨ ਰਚਾਨਾ, ਜਿਸ ਵਖਰ ਕੋ ਤੁਮ ਆਏ ਹੋ ਸੋ ਪਾਇਓ ਸਤਿਗੁਰ ਪਾਸਾਏ। ਇਸ ਦਾ ਵਾਰਤਾਲਾਪ ਕੈਸਾ ਹੈ? ਕਾਇਆ ਨੇ ਸੋਚਿਆ ਜਿੰਨੀ ਦੇਰ ਜੀਓ ਮੇਰੇ ਅੰਦਰ ਹੈ ਓਨੀ ਦੇਰ ਮੇਰੀ ਹਸਤੀ ਕਾਇਮ ਹੈ ਤੇ ਜਨਮ ਤੋਂ ਲੈ ਕੇ ਇਕੱਠੇ ਹਾਂ, ਇਹ ਵੀ ਸੱਚ ਹੈ। ਧਨ ਪਦਾਰਥ ਦੀ ਤਾਂ ਸਮਝ ਵੀ ਬਾਅਦ ਵਿੱਚ ਆਈ ਹੋਵੇਗੀ, ਪਰ ਜਨਮ ਹੋਇਆ ਜੀਓ ਤੇ ਕਾਇਆ ਇਕੱਠੇ ਸਨ। ਕਾਇਆ ਨੇ ਆਖਿਆ ਸਾਥ ਸਾਡਾ ਜਨਮ ਤੋਂ ਪੱਕਾ। ਮੈਂ ਜੀਓ ਅੱਗੇ ਇੱਕ ਤਰਲਾ ਮਾਰਾਂ, ਮੈਨੂੰ ਛੱਡ ਕੇ ਕਦੀ ਨਾ ਜਾਈ। ਇਹ ਸਾਥ ਸਦਾ ਬਣਿਆ ਰਹੇ ਔਰ ਜ਼ਿੰਦਗੀ ਚੱਲਦੀ ਰਹੇ। ਧਨ ਕਹੈ ਤੂੰ ਵਸ ਮੈਂ ਨਾਲੇ, ਪ੍ਰੇ ਸੁਖ ਵਾਸੀ ਬਾਲ ਗੋਪਾਲੇ। ਕਾਇਆ ਰੂਪ ਇਸਤਰੀ ਨੇ ਜੀਓ ਨੂੰ ਆਖਿਆ ਸਦਾ ਮੇਰੇ ਨਾਲ ਰਹੋ, ਕਦੀ ਛੱਡ ਕੇ ਨਾ ਜਾਈ, ਤੇਰੇ ਨਾਲ ਸੁੱਖ ਹੈ। ਤੁਝੇ ਬਿਨਾ ਹੋਂ ਕਿਤ ਹੀ ਨਾ ਲੇਖੈ, ਤੇਰੇ ਤੋਂ ਬਗੈਰ ਮੈਂ ਨਿਕੰਮੀ ਹੋ ਜਾਵਾਂਗੀ, ਕਿਸੇ ਕੰਮ ਦੀ ਨਾ ਰਹਾਂਗੀ। ਇਸ ਲਈ ਮੇਰੇ ਨਾਲ ਇੱਕ ਇਕਰਾਰ ਕਰ, ਵਚਨ ਦੇ ਛੋੜ ਨਾ ਜਾਸਾ ਹੈ, ਮੈਨੂੰ ਛੱਡ ਕੇ ਕਦੀ ਨਹੀਂ ਜਾਵੇਂਗਾ। ਹੁਣ ਪਿਰ ਹੈ ਅੰਸ਼ ਪ੍ਰਮਾਤਮਾ ਦੀ, ਉਹ ਝੂਠ ਕਿਵੇਂ ਬੋਲੇ? ਜੀਓ ਨੇ ਆਵਾਜ਼ ਦਿੱਤੀ ਕਾਇਆ ਨੂੰ, ਤੇਰੀ ਮੰਗ ਮੈਂ ਬੁਰੀ ਤਾਂ ਨਹੀਂ ਆਖ ਸਕਦਾ, ਪਰ ਇਹ ਪੂਰੀ ਨਾ ਕਰ ਸਕਾਂਗਾ। ਕਿਉਂ? ਕਾਇਆ ਨੇ ਪੁੱਛਿਆ। ਜੀਓ ਨੇ ਜਵਾਬ ਦਿੱਤਾ, ਪਿਰ ਕਹਿਆ ਹਾਂ ਹੁਕਮੀ ਬੰਦਾ, ਮੇਰੇ ਉੱਪਰ ਹੁਕਮ ਹੈ, ਹੁਕਮ ਹੋਇਆ ਮੈਂ ਆ ਗਿਆ ਹਾਂ, ਹੁਕਮ ਆਏਗਾ ਮੈਂ ਰੁਕ ਨਾ ਸਕਾਂਗਾ, ਜਾਣਾ ਹੀ ਪਵੇਗਾ। ਪਿਰ ਕਹਿਆ ਹਾਂ ਹੁਕਮੀ ਬੰਦਾ, ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ, ਤੇ ਉਸਨੂੰ ਕਿਸੇ ਦੀ ਮੁਹਤਾਜੀ ਨਹੀਂ, ਹੁਕਮ ਕਰਨ ਵਾਲੇ ਨੂੰ। ਇਸ ਲਈ ਮੈਂ ਇੰਨਾ ਆਖ ਸਕਣਾ, ਜਿਚਰ ਰਾਖੈ ਤਿਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊਠ ਸਿਧਾਸਾ ਹੈ। ਜਿੰਨੀ ਦੇਰ ਉਹ ਤੇਰੇ ਸਾਥ ਰੱਖੇਗਾ ਮੈਂ ਜ਼ਰੂਰ ਰਵਾਂਗਾ, ਪਰ ਜਦ ਉਸਨੇ ਬੁਲਾ ਲਿਆ ਇੱਕ ਪਲ ਵੀ ਮੈਂ ਰੁਕ ਨਾ ਸਕਾਂਗਾ। ਜਦੋਂ ਪਿਰ ਨੇ ਅੰਦਰੋਂ ਇਹ ਆਵਾਜ਼ ਦਿੱਤੀ ਜੀਓ ਨੇ, ਤੇ ਕਾਇਆ ਨੇ ਸੋਚਿਆ ਨਹੀਂ ਪੁਰਾਣਾ ਸਾਥੀ ਹੈ, ਮਜ਼ਾਕ ਕਰਦਾ ਹੈ। ਜੋ ਪ੍ਰੈ ਬਚਨ ਕਹੇ ਤਨ ਸਾਚੇ, ਤਨ ਕਛੂ ਨ ਸਮਝੇ ਚੰਚਲ ਕਾਚੇ। ਬਹੁਰ ਬਹੁਰ ਪਿਰ ਹੀ ਸੰਗ ਮੰਗੈ, ਉਹ ਬਾਤ ਜਾਣੈ ਕਰ ਹਾਸਾ ਹੈ। ਇਹ ਮਜ਼ਾਕ ਸਮਝਦੀ ਰਹੀ, ਪਰ ਸਮਾਂ ਆ ਗਿਆ। ਆਈ ਆਗਿਆ ਪਿਰਹੁ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ। ਕਾਇਆ ਨਾਲ ਤਾਂ ਜਾਣ ਵੇਲੇ ਜੀਓ ਨੇ ਸਲਾਹ ਵੀ ਕਦੀ ਨਹੀਂ ਕੀਤੀ, ਮਸ਼ਵਰਾ ਨਹੀਂ ਕੀਤਾ। ਊਠ ਸਿਧਾਇਓ ਚਲਾ ਗਿਆ, ਛੂਟਰ ਮਾਟੀ ਦੇਖ ਨਾਨਕ ਮਿਥਨ ਮੁਹਾਸਾ ਹੈ। ਇਹ ਮਿੱਟੀ ਦੀ ਢੇਰੀ ਰਹਿ ਗਈ। ਸਰੀਰ ਦੀ ਸਮਰੱਥਾ ਹੈ ਕੀ ਸਾਡੀ?
ਕਬੀਰ ਜੀ ਕਹਿੰਦੇ ਨੇ ਇਹ ਕੁਝ ਕਰ ਸਕਣ ਦੇ ਸਮਰੱਥ ਨਹੀਂ। ਵਿਕਾਰਾਂ ਦਾ ਟਾਕਰਾ ਇਹ ਗਰੀਬੜਾ ਕੀ ਕਰੇਗਾ। ਕਬੀਰ ਨਾ ਹਮ ਕੀਆ ਨਾ ਕरेंगे ਨਾ ਕਰ ਸਕੈ ਸਰੀਰ। ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ ਕਬੀਰ। ਮੈਨੂੰ ਤਾਂ ਪਤਾ ਵੀ ਨਹੀਂ ਮੈਂ ਕੀ ਜਾਣਾ। ਪ੍ਰਭੂ ਨੇ ਆਪ ਹੀ ਕੁਝ ਕੀਤਾ ਹੈ ਕਿ ਉਸ ਦੀ ਬਖਸ਼ਿਸ਼ ਨਾਲ ਕਬੀਰ ਕਬੀਰ ਹੋ ਗਈ, ਵਡਿਆਈ ਮਿਲ ਗਈ। ਇਹ ਉਸ ਦੀ ਰਹਿਮਤ ਹੈ। ਵਡਿਆਈ ਮਿਲੇ ਤਾਂ ਵੱਡੇ ਅੱਗੇ ਝੁਕ ਜਾਣਾ। ਕਬੀਰ ਸੁਪਨੇ ਹੂ ਬਰੜਾਏ ਕੈ ਜਿਹ ਮੁਖ ਨਿਕਸੈ ਰਾਮ। ਤਾਕੇ ਪਗ ਕੀ ਪਾਨਹੀ ਮੇਰੇ ਤਨ ਕੋ ਚਾਮ। ਸੁਪਨੇ ਵਿੱਚ ਬਰੜਾ ਕੇ ਪ੍ਰਭੂ ਦਾ ਨਾਮ ਕਿਸੇ ਦੀ ਜ਼ਬਾਨ ਤੋਂ ਨਿਕਲ ਜਾਏ ਤਾਂ ਕਬੀਰ ਜੀ ਕਹਿੰਦੇ ਨੇ ਉਸ ਦੇ ਪੈਰ ਦੀ ਜੁੱਤੀ ਬਣਾਉਣ ਵਾਸਤੇ ਵੀ ਜੇ ਮੇਰੀ ਖੱਲੜੀ ਕੰਮ ਆ ਜਾਏ, ਮੇਰੀ ਚਮੜੀ ਕੰਮ ਆ ਜਾਏ ਤਾਂ ਵੱਡੇ ਭਾਗ। ਮੇਰੀ ਚਮੜੀ ਵੀ ਹਾਜ਼ਰ ਹੈ। ਲੇਕਿਨ ਧਿਆਨ ਰੱਖਣਾ, ਸੁਪਨੇ ਵਿੱਚ ਬਰੜਾ ਕੇ ਐਵੇਂ ਨਹੀਂ ਰਾਮ ਨਿਕਲਦਾ ਮੂੰਹ ਤੋਂ। ਅਸੀਂ ਤਾਂ ਜਾਗਦੇ ਵੀ ਉਸ ਦਾ ਨਾਮ ਨਹੀਂ ਜਪਦੇ, ਸੁੱਤਿਆਂ ਕੀ ਜਪਣਾ ਹੈ। ਬਰੜਾਉਂਦਾ ਵੀ ਮਨੁੱਖ ਉਹੀ ਹੈ ਜੋ ਦਿਨੇ ਬੋਲਦਾ ਹੈ, ਜਿਸ ਸ਼ਬਦਾਵਲੀ ਵਿੱਚ ਵਧੇਰੇ ਵਿਚਰਦਾ ਹੈ, ਜਿਹੋ ਜਿਹੀ ਸੁਰਤ ਵਿੱਚ ਵਧੇਰੇ ਵਿਚਰਦਾ ਹੈ, ਸੁੱਤਿਆਂ ਹੋਇਆਂ ਵੀ ਉਸੇ ਸੁਰਤ ਦੇ ਮੁਤਾਬਕ ਉਹੋ ਜਿਹੀ ਗੱਲਬਾਤ ਕਰ ਲੈਂਦਾ ਹੈ, ਬਰੜਾਉਂਦਾ ਹੈ। ਸੁਪਨੇ ਵੀ ਵੈਸੇ ਹੀ ਦੇਖਣੇ ਨੇ ਜੈਸੀ ਸੁਰਤ ਹੈ। ਸੁਪਨੇ ਵਿੱਚ ਜਦੋਂ ਕੋਈ ਪ੍ਰਭੂ ਪ੍ਰਭੂ ਕਰਨ ਲੱਗ ਪੈਂਦਾ ਹੈ ਬਰੜਾਉਣ ਵੇਲੇ ਵੀ, ਇਸ ਦਾ ਮਤਲਬ ਹੈ ਜਾਗਦਿਆਂ ਵੀ ਉਸ ਦੀ ਸੁਰਤ ਨਿਰੰਕਾਰ ਵੱਲ ਹੈ। ਐਸੇ ਮਨੁੱਖ ਦੀ ਸੇਵਾ ਕਰਨ ਵਾਸਤੇ ਕਬੀਰ ਸਾਹਿਬ ਕਹਿੰਦੇ ਨੇ ਮੈਂ ਹਾਜ਼ਰ ਹਾਂ। ਮੇਰੀ ਚਮੜੀ ਵੀ ਉਸ ਦੀਆਂ ਜੁੱਤੀਆਂ ਬਣਾਉਣ ਦੇ ਕੰਮ ਆ ਜਾਏ, ਇਸ ਸੇਵਾ ਲਈ ਵੀ ਤਿਆਰ ਹਾਂ। ਕੋਈ ਜੁੜੀ ਹੋਈ ਸ਼ਖਸੀਅਤ ਕਦੀ ਵੀ ਮਿਲ ਜਾਏ ਤੇ ਉਸ ਤੋਂ ਕੁਰਬਾਨ ਹੋ ਜਾਣਾ ਲਾਹੇਵੰਦਾ ਸੌਦਾ ਹੈ। ਇਸ ਵਿੱਚ ਨੁਕਸਾਨ ਕੋਈ ਵੀ ਨਹੀਂ, ਲਾਭ ਬੇਅੰਤ ਹੈ ਜੋ ਬਿਆਨ ਵੀ ਨਹੀਂ ਕੀਤਾ ਜਾ ਸਕਦਾ। ਬਾਣੀ ਅੰਦਰ ਇੱਕ ਬਚਨ ਆਇਆ ਹੈ, ਜ਼ਾਤ ਕੁਲੀਨ ਸੇਵਕ ਜੇ ਹੋਏ ਤਾਕਾ ਕਹਿਣਾ ਕਹੋ ਨ ਕੋਏ। ਵਿੱਚ ਸਨਾਤੀ ਸੇਵਕ ਹੋਏ ਨਾਨਕ ਪਣੀਆਂ ਪਹਿਰੈ ਸੋਏ। ਦੁਨੀਆ ਸਾਰੀ ਜਿਸ ਨੂੰ ਸ਼ੁੱਧ ਰੱਖਦੀ ਹੋਵੇ, ਜਿਸ ਦੀ ਭਿੱਟ ਮੰਨਦੀ ਹੋਵੇ, ਉਹ ਵੀ ਜੇ ਪ੍ਰਭੂ ਦਾ ਨਾਮ ਜਪਦਾ ਹੈ, ਮੇਰੇ ਚਮੜੇ ਦੀਆਂ ਜੁੱਤੀਆਂ ਬਣਾ ਕੇ ਵੀ ਪਹਿਨੇ ਮੈਂ ਹਾਜ਼ਰ ਹਾਂ। ਇਸ ਦਾ ਮਤਲਬ ਹੈ ਮਨ ਸਮਰਪਿਤ ਹੋ ਗਿਆ ਹੈ, ਤਨ ਵੀ ਉਸ ਅੱਗੇ ਸੌਂਪ ਦਿੰਦਾ ਹੈ। ਇਹ ਹੋਰ ਕਿਸ ਅਰਥ ਆਉਣਾ ਹੈ ਇਸ ਕਾਇਆ ਨੇ। ਧਨ ਤਾਂ ਬਹੁਤ ਪਿੱਛੇ ਦੀ ਬਾਤ ਹੈ। ਜੇ ਆਦਮੀ ਗੁਰਮੁਖ ਦੀ ਸੇਵਾ ਵਿੱਚ ਧਨ ਖਰਚ ਕਰਨ ਤੋਂ ਵੀ ਸੰਕੋਚ ਕਰੇ, ਉਸਨੇ ਧਨ ਕੀ ਅਰਪਣ ਕਰਨਾ ਤੇ ਉਸਨੇ ਮਨ ਕਿੱਥੇ ਅਰਪਣ ਕੀਤਾ ਹੋਵੇਗਾ। ਕਬੀਰ ਜੀ ਕਹਿੰਦੇ ਨੇ ਇਸ ਚਮੜੀ ਦੀਆਂ ਜੁੱਤੀਆਂ ਬਣਾ ਕੇ ਕੋਈ ਭਗਤ ਪਹਿਨ ਲਵੇ, ਜਿਸ ਦੇ ਸੁਪਨੇ ਵਿੱਚ ਪ੍ਰਭੂ ਦਾ ਨਾਮ ਬਰੜਾ ਕੇ ਮੁਖ ਤੋਂ ਨਿਕਲਦਾ ਹੈ। ਮੈਂ ਇਸ ਸੇਵਾ ਲਈ ਵੀ ਹਾਜ਼ਰ ਹਾਂ। ਤਾਕੇ ਪਗ ਕੀ ਪਾਨ ਹੀ ਮੇਰੇ ਤਨ ਕੋ ਚਾਮ। ਮੇਰੇ ਸਰੀਰ ਦਾ ਚਮੜਾ ਉਹਦੇ ਕੰਮ ਆ ਜਾਏ। 64ਵਾਂ ਸ਼ਲੋਕ ਹੈ। ਕਬੀਰ ਮਾਟੀ ਕੇ ਹਮ ਪੂਤਰੇ ਮਾਨਸ ਰਾਖਿਓ ਨਾਉ। 4 ਦਿਵਸ ਕੇ ਪਾਹੁਨੇ ਵੱਡ ਵੱਡ ਰੂੰਦਹਿ ਠਾਉ। ਮਿੱਟੀ ਦੇ ਅਸੀਂ ਪੁਤਲੇ ਹਾਂ, ਨਾਮ ਸਾਡਾ ਮਨੁੱਖ ਰੱਖ ਲਿਆ ਗਿਆ ਹੈ। ਜਿਸ ਨੇ ਜੋਤ ਪਾਈ ਨਿਰੰਕਾਰ ਨੇ ਇਸ ਪੁਤਲੇ ਨੂੰ ਘੜਿਆ ਹੈ, ਉਸ ਨੂੰ ਭੁਲਾ ਦਿੱਤਾ ਹੈ, ਮਿੱਟੀ ਨਾਲ ਪਿਆਰ ਕਰ ਰਹੇ ਹਾਂ। 4 ਦਿਨਾਂ ਦੇ ਮਹਿਮਾਨ ਹੀ, 4 ਦਿਨ ਵੀ ਕੋਈ ਜ਼ਰੂਰੀ ਨਹੀਂ ਜੀਵਾਂਗੇ। ਇਹ ਤਾਂ ਇੱਕ ਮੁਹਾਵਰੇ ਵਜੋਂ ਕਹੀ ਗਈ ਬਾਤ ਹੈ ਕਿ ਥੋੜ੍ਹੇ ਚਿਰ ਦੇ ਮਹਿਮਾਨ ਹਾਂ। 4 ਦਿਨ
4 ਦਿਵਸ ਕੇ ਪਾਹੁਨੇ, ਵੱਡ ਵੱਡ ਰੁੰਦਾ ਠਾਂ, ਲੇਕਿਨ ਅਸੀਂ ਕਰਦੇ ਕੀ ਹਾਂ? ਮੱਲਾਂ ਮਾਰਦੇ ਥੱਕਦੇ ਹੀ ਨਹੀਂ, ਵੱਧ ਵੱਧ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨੇ ਆ, ਇਹ ਵੀ ਮੇਰਾ ਹੋ ਜਾਏ, ਇਹ ਵੀ ਮੇਰਾ ਹੋ ਜਾਏ, ਤੇ ਸੁਰਤ ਸੁੱਤਿਆਂ ਸਿਰਜਣਹਾਰ ਦਾ ਨਾਮ ਥੋੜ੍ਹੀ ਲਵੇਗੀ। ਇਹ ਮਿੱਟੀ ਦੇ ਪੁਤਲੇ ਨੂੰ ਗਿਆਨ ਹੀ ਨਹੀਂ, ਇਹ ਮਿੱਟੀ ਨਾਲ ਹੀ ਸਨੇਹ ਬਣਾ ਕੇ ਬੈਠ ਗਿਆ ਹੈ। ਇਹ ਪਰਮਾਰਥ ਦਾ ਰਸਤਾ ਨਹੀਂ। 65ਵੇਂ ਸ਼ਲੋਕ ਅੰਦਰ ਕਬੀਰ ਜੀ ਫਰਮਾਨ ਕਰਦੇ ਨੇ, ਕਬੀਰ ਮਹਿੰਦੀ ਕਰ ਘਾਲਿਆ, ਆਪ ਪੀਸਾਏ ਪੀਸਾਏ, ਤੈਂ ਸਹਿ ਬਾਤ ਨਾ ਪੁੱਛੀਐ, ਕਬਹੁ ਨ ਲਾਈ ਪਾਏ। ਜੇ ਕੋਈ ਆਖੇ ਕਿ ਮੈਂ ਬਹੁਤ ਘਾਲਣਾ ਘਾਲੀ ਹੈ, ਮੈਂ ਪੁੱਠਾ ਲਟਕ ਕੇ ਤਪ ਕੀਤਾ ਹੈ, ਕਿ ਬਨਾਰਸ ਜਾ ਗੰਗਾ ਕਿਨਾਰੇ ਬੈਠ ਗਿਆ ਹਾਂ, ਕਿ ਅਸਵਮੇਧ ਜੱਗ ਕੀਤੇ ਨੇ, ਕਿ ਤੁਲਾ ਪੁਰਖ ਦਾਨੇ ਆਪਣੇ ਬਰਾਬਰ ਤੋਲ ਕੇ ਧਨ ਦਾਨ ਕਰ ਦਿੱਤਾ ਹੈ, ਸੋਨਾ ਦਾਨ ਕਰ ਦਿੱਤਾ ਹੈ। ਮੈਂ ਰੱਤੀ ਰੱਤੀ ਕੱਟਿਆ ਗਿਆ, ਆਰੇ ਨਾਲ ਸਰੀਰ ਚਰਵਾ ਲਵਾਂਗਾ, ਪ੍ਰਭੂ ਮਿਲ ਜਾਏਗਾ। ਮੈਂ ਬੜੇ ਹੋਮ ਜੱਗ ਕੀਤੇ ਨੇ। ਨਹੀਂ, ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਹਨ, ਤਨ ਬੈ ਸੰਤਰ ਹੋਮੀਐ, ਇੱਕ ਰੱਤੀ ਤੋਲ ਕਟਾਏ। ਰੱਤੀ ਰੱਤੀ ਸਰੀਰ ਕਟਾ ਕੇ ਵੀ ਅੱਗ ਵਿੱਚ ਜਲਾ ਲੈ, ਭਾਵੇਂ ਤਨ ਮਨ ਸਮਝਦਾ ਜੇ ਕਰੀ, ਅਨ ਦਿਨ ਅਗਨ ਜਲਾਏ। ਇਹ ਸਰੀਰ ਤੇ ਮਨ ਲੱਕੜਾਂ ਬਣਾ ਲੈ। ਹਰ ਨਾਮੈ ਤੁਲ ਨ ਪੁੱਜਈ, ਜੇ ਲੱਖ ਕੋਟੀ ਕਰਮ ਕਮਾਏ। ਕਬੀਰ ਮਹਿੰਦੀ ਕਰ ਘਾਲਿਆ, ਜਿਵੇਂ ਮਹਿੰਦੀ ਨੂੰ ਪੀ ਪੀ ਕੇ ਬਰੀਕ ਕਰ ਲਿਆ ਜਾਂਦਾ ਹੈ ਤੇ ਫਿਰ ਪੈਰਾਂ ਵਿੱਚ ਲਾਈ ਜਾਂਦੀ ਹੈ। ਉਸ ਵੇਲੇ ਇਹਦੇ ਸਹੇ ਹੋਏ ਕਸ਼ਟ ਪ੍ਰਵਾਨ ਚੜ੍ਹ ਜਾਂਦੇ ਨੇ, ਜਿਸ ਵੇਲੇ ਪਾਏ ਲੱਗ ਗਈ। ਮਨੁੱਖ ਤਪਾਂ ਤੇ ਲੱਖ ਅਭਿਮਾਨ ਕਰੇ ਕਿ ਮੈਂ ਬੜੀ ਘਾਲਣਾ ਘਾਲ ਰਿਹਾ ਹਾਂ, ਸਵਾਲ ਤਾਂ ਉਸ ਦੇ ਚਰਨਾਂ ਨਾਲ ਜੁੜ ਜਾਣ ਦਾ ਹੈ। ਅਸਮੇਧ ਜਗਨੇ ਤੁਲਾ ਪੁਰਖ ਦਾਨੇ, ਪ੍ਰਾਗ ਇਸ਼ਨਾਨੇ, ਤਉ ਨ ਪੁੱਜੈ ਹਰ ਕੀਰਤ ਨਾਮਾ, ਆਪਣੇ ਰਾਮਹਿ ਭਾਜਰੇ ਮਨ ਆਲਸੀਆ। ਨਾਮਦੇਵ ਜੀ ਕਹਿੰਦੇ ਨੇ, ਅਸਮੇਧ ਜਗ ਕਰੇ, ਭਾਵੇਂ ਤੁਲਾ ਪੁਰਖ ਦਾਨ ਕਰੇ, ਬਰਾਬਰ ਤੋਲ ਕੇ ਸੋਨਾ ਦਾਨ ਕਰ ਦੇਵੇ, ਭਾਵੇਂ ਪ੍ਰਾਗ ਰਾਜ ਇੱਕ ਗੰਗਾ ਨਹੀਂ ਤ੍ਰਿਵੇਣੀ ਤੇ ਜਾ ਇਸ਼ਨਾਨ ਕਰੇ, ਤਾਂ ਵੀ ਪ੍ਰਭੂ ਨਾਮ ਦੇ ਤੁਲ ਨਹੀਂ। ਪ੍ਰਭੂ ਨਾਮ ਤਾਂ ਜਪਿਆ ਜਾਂਦਾ ਹੈ ਜੇ ਆਪਾ ਮਿਟਾਇਆ ਜਾਏ ਤੇ ਮਾਲਕ ਮਾਲਕ ਜਪਿਆ ਜਾਏ, ਮੈਂ ਛੱਡੀ ਜਾਏ। ਜਦੋਂ ਮਾਲਕ ਦੇ ਚਰਨੀ ਲੱਗ ਗਏ, ਉੱਥੇ ਘਾਲਣਾ ਕਮਾਈ ਪ੍ਰਵਾਨ ਚੜ੍ਹ ਗਈ ਤਾਂ ਸਫਲਤਾ ਮਿਲ ਗਈ। ਜ਼ਰੂਰਤ ਹੈ ਉਸ ਨਿਸ਼ਾਨੇ ਦਾ ਧਿਆਨ ਰੱਖਣ ਦੀ ਕਿ ਮਾਲਕ ਦੇ ਦਰ ਕਬੂਲ ਚੜ੍ਹ ਜਾਈਏ, ਨਹੀਂ ਤੇ ਮਹਿੰਦੀ ਲੱਖ ਪਿਸਦੀ ਰਹੇ। ਤੈਸਾ ਬਾਤ ਨਾ ਪੁੱਛੀਐ, ਕਬਹੁ ਨ ਲਾਈ ਪਾਏ। ਮਾਲਕ ਨੇ ਪਾਏ ਲਾਈ ਹੀ ਨਾ, ਇਸ ਕਿਸਣ ਦਾ ਵੀ ਕੀ ਫਾਇਦਾ ਹੈ। ਜ਼ਰੂਰਤ ਹੈ ਨਿਸ਼ਾਨਾ ਇਹ ਮਿਥੀਏ, ਮਾਲਕ ਦੇ ਚਰਨੀ ਲੱਗਣਾ ਹੈ। ਵਾਹਿਗੁਰੂ ਕਿਰਪਾ ਕਰੇ ਅਸੀਂ ਇਸ ਵਿੱਚ ਸਫਲਤਾ ਪਾ ਸਕੀਏ। ਭੁੱਲਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।